ठीक है। ਇਹ ਰੋਡ ਦੇ ਹਿੱਸੇ ਨੇ, ਠੀਕ ਹੈ। ਰੋਡ ਦੀ ਤਾਰੀਫ ਹੈ, ਇਹ ਨਹੀਂ ਕਿ ਕੋਈ ਵੀ ਜ਼ਮੀਨ ਦਾ ਹਿੱਸਾ ਤੇ ਅਸੀਂ ਇਹਨੂੰ ਜਿਹੜਾ ਪੱਕਾ ਹੋਵੇ ਅਸੀਂ ਇਹਨੂੰ ਰੋਡ ਕਹਿ ਸਕਦੇ, ਨਹੀਂ। ਜ਼ਮੀਨ ਦਾ ਹਿੱਸਾ ਹੋਵੇ, ਪੱਕਾ ਹੋਵੇ, ਅਤੇ ਉਸ ਤੋਂ ਬਾਅਦ ਉਹ ਸਾਡੀ ਆਮਦ ਰਫਤ ਵਾਸਤੇ ਹੋਵੇ, ਸਾਡੇ ਆਉਣ ਜਾਣ ਵਾਸਤੇ ਹੋਵੇ। ਉਹਦੇ ਹਿੱਸੇ ਹੋਣ ਖਾਸ ਪੈਦਲ ਵਾਲਿਆਂ ਦਾ, ਸਾਈਕਲ ਵਾਲਿਆਂ ਦਾ, ਕਾਰਾਂ ਵਾਲਿਆਂ ਦਾ, ਗੱਡੀਆਂ ਵਾਲਿਆਂ ਦਾ। ਅੱਛਾ, ਉਸ ਤੋਂ ਬਾਅਦ ਵਹੀਕਲ, ਗੱਡੀਆਂ ਹਰ ਉਸ ਚੀਜ਼ ਨੂੰ ਗੱਡੀ ਕਹਿੰਦੇ ਆ ਜਿਹਨੂੰ 2 ਟਾਇਰ ਲੱਗੇ ਨੇ, ਠੀਕ ਹੈ। ਜਿਹਨੂੰ ਮਾੜੀ ਮੋਟੀ ਵੀ ਸਾਇੰਸ ਦਾ ਕੰਮ ਹੋਇਆ ਨਾ, ਜਿਹਨੂੰ 2 ਟਾਇਰ ਲੱਗੇ ਨੇ, ਜਿਹਦੇ ਮਾੜੀ ਮੋਟੀ ਸਹੂਲਤ ਬਣੀ, ਚਾਹੇ ਉਹ 2 ਟਾਇਰਾਂ ਵਾਲੀ ਹੋਵੇ, 4 ਵਾਲੀ ਹੋਵੇ, 6 ਵਾਲੀ ਹੋਵੇ, ਉਹਨੂੰ ਅਸੀਂ ਵਹੀਕਲ ਹੀ ਕਹਾਂਗੇ। ਫਿਰ ਅੱਗੋਂ ਵਹੀਕਲ ਹੀ ਨਹੀਂ, ਅੱਗੋਂ ਕਿਸਮਾਂ ਆ ਜਾਂਦੀਆਂ ਨੇ ਆਊਟੋ ਵਹੀਕਲ, ਚਿਕਲੋ ਮੋਤੋਰੀ, ਮੋਤੋਚਿਕਲੀ, ਠੀਕ ਹੈ। ਵਹੀਕਲ ਜਾਂ ਬਰਾਚੀ, ਅਤੇ ਉਹ ਫਿਰ ਅੱਗੇ ਇਹਨਾਂ ਦੀਆਂ ਤਕਸੀਮ ਨਹੀਂ ਹੈ, ਅੱਗੇ ਇਹਦੀਆਂ ਕੈਟਾਗਰੀ ਆਉਂਦੀਆਂ ਜਾਂਦੀਆਂ, ਅੱਗੇ ਦੀਆਂ ਸ਼ਾਖਾਂ ਫੈਲਦੀਆਂ ਜਾਂਦੀਆਂ ਨੇ। ਵਹੀਕਲ, ਆਊਟੋ ਵਹੀਕਲ ਕਿਹੜੀ ਹੈ, ਆਊਟੋਕਾਰੀ ਕਿਹੜੀ ਹੈ। ਸਭ ਤੋਂ ਪਹਿਲੇ ਨੰਬਰ 'ਤੇ ਆਉਂਦੀ ਹੈ ਵਹੀਕਲ, ਗੱਡੀ। ਫਿਰ ਆਉਂਦੀ ਆਊਟੋ ਵਹੀਕਲ। ਆਊਟੋ ਵਹੀਕਲ ਦੀ ਤਾਰੀਫ ਇਹ ਹੁੰਦੀ, ਵਹੀਕਲ ਕੋਈ ਵੀ ਉਹ ਚੀਜ਼ ਜਿਹਨੂੰ ਟਾਇਰ ਲੱਗੇ ਨੇ ਉਹ ਗੱਡੀ ਹੈ। ਜਿਹਨੂੰ 4 ਟਾਇਰ ਲੱਗੇ ਨੇ ਅਤੇ ਇੰਜਨ ਲੱਗੇ ਆ, ਕਮ ਅਜ਼ ਕਮ 4 ਟਾਇਰ ਅਤੇ ਇੰਜਨ ਹੋਵੇ, ਉਹਨੂੰ ਅਸੀਂ ਕਹਿੰਦੇ ਹਾਂ ਆਊਟੋ ਵਹੀਕਲ, ਠੀਕ ਹੈ। ਆਊਟੋ ਅੱਗੇ ਆ ਗਈ ਆਊਟੋਕਾਰੀ, ਜਿਹੜੀ ਸਮਾਨ ਲੈ ਕੇ ਜਾਂਦੀ ਉਹਨੂੰ ਕਹਿੰਦੇ ਆਊਟੋਕਾਰੀ, ਯਾਨੀ ਕਿ ਸਮਾਨ ਲੈ ਕੇ ਜਾਂਦੀ ਹੈ। ਉਸ ਤੋਂ ਬਾਅਦ ਆਊਟੋ ਟ੍ਰੇਨੀ, ਜਿਹੜੀ ਇੱਕ ਗੱਡੀ ਪਿੱਛੋਂ ਆਪਣੇ ਹੋਰ ਗੱਡੀ ਖਿੱਚ ਕੇ ਜਾਂਦੀ ਹੈ, ਸਮਾਨ ਵਾਲੀ ਹੁੰਦੀ ਹੈ, ਉਹ ਇੱਕ ਆਊਟੋ ਟ੍ਰੇਨ ਦੀ ਸ਼ਕਲ ਹੁੰਦੀ। ਇੱਕ ਪਹਿਲੇ ਉਹ ਟਰਾਲਾ ਟਾਈਪ ਹੁੰਦਾ, ਸਮਝ ਲਓ ਕਿ ਇਮੈਜਿਨ ਕਰੋ ਇੱਕ ਟਰਾਲਾ ਬਣੇ ਅਤੇ ਟਰਾਲੇ ਦੇ ਪਿੱਛੇ ਵੀ ਉਹਨੇ ਇੱਕ ਟਰਾਲਾ ਜਿਹੀ ਲਾਏ ਆ, ਉਹਨੂੰ ਕਹਿੰਦੇ ਨੇ ਆਊਟੋ ਟ੍ਰੇਨੀ। ਯਾਨੀ ਕਿ ਆਊਟੋ ਵਹੀਕਲ, ਆਊਟੋ ਆਰਟੀਕੁਲਾਤੀ, ਇਹਨਾਂ ਦੀ ਅੱਗੋਂ ਫਿਰ ਕਿਸਮਾਂ ਬਣ ਜਾਂਦੀਆਂ ਨੇ। ਫਿਰ ਅੱਗੋਂ ਆ ਗਿਆ dovrei del conducente nell'uso della strada, ਯਾਨੀ ਕਿ ਕਿਹੜੀਆਂ ਡਿਊਟੀਆਂ ਹੁੰਦੀਆਂ ਨੇ ਡਰਾਈਵਰ ਦੀਆਂ ਰੋਡ ਨੂੰ ਇਸਤੇਮਾਲ ਕਰਦੇ ਹੋਇਆ। convenienza civile o responsabilità della, ਯਾਨੀ ਕਿ ਉਹਦੇ 'ਤੇ ਕਿਹੜਾ ਜੁਰਮਾਨਾ ਹੋ ਸਕਦਾ, ਕਿਹੜੀ ਉਹਨੂੰ ਸਜ਼ਾ ਹੋ ਸਕਦੀ ਹੈ, ਠੀਕ ਹੈ। ਇਹ ਉਸ ਚੀਜ਼ਾਂ ਦੇ ਬਾਰੇ ਵੀ, ਠੀਕ ਹੈ। ਅੱਗੇ riguardo verso gli utenti deboli, ਮੱਠੇ ਡਰਾਈਵਰ ਹੁੰਦੇ ਨੇ ਵਿੱਚ, ਠੀਕ ਹੈ। ਰੋਡ 'ਤੇ ਕੋਈ ਤੇਜ਼ ਡਰਾਈਵਰ ਹੁੰਦੇ ਨੇ, ਕਈ ਬੁੱਢੇ ਹੁੰਦੇ ਨੇ, ਕਈ ਮਾਜ਼ੂਰ ਅਫਰਾਦ ਹੁੰਦੇ ਨੇ, ਠੀਕ ਹੈ। ਅਤੇ ਰੋਡ 'ਤੇ ਬੱਚੇ ਹੁੰਦੇ ਨੇ, ਛੋਟੇ ਪੈਦਲ ਵਾਲੇ ਹੁੰਦੇ ਨੇ, ਚਿਕਲਿਸਟ ਹੁੰਦੇ ਨੇ, ਉਹਨਾਂ ਨੂੰ ਅਸੀਂ ਧਿਆਨ ਰੱਖਣਾ, ਨਾਲੇ ਅਸੀਂ ਆਪਣਾ ਕੰਪੋਰਟਮੈਂਟ ਠੀਕ ਰੱਖਣਾ, ਅਤੇ ਨਾਲੇ ਅਸੀਂ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਕਿ ਅਸੀਂ ਕਿਸ ਤਰੀਕੇ ਨਾਲ ਗੱਡੀ ਚਲਾਉਣੀ ਹੈ, ਤਾਂ ਕਿ ਸਾਡੇ ਕੋਲ ਕੋਈ ਕਿਸੇ ਕਿਸਮ ਦਾ ਇੰਸੀਡੈਂਟ ਨਾ ਹੋਵੇ, ਐਕਸੀਡੈਂਟ ਨਾ ਹੋਵੇ। ਫਿਰ ਕੋਈ ਸਈਆਂ ਵਾਲੇ ਦੀ ਪੈਰੀ ਕੋਲ ਖਤਰੇ ਦੇ ਸਿਗਨਲ ਵਿੱਚ ਇਹ ਹੁੰਦੇ ਨੇ। ਇਹਨੂੰ ਖਤਰੇ ਦੇ ਸਿਗਨਲ ਇਸ ਤਰ੍ਹਾਂ ਦਾ ਦੇਫੋਰਮਾਤਾ, ਯਾਨੀ ਕਿ ਰੋਡ ਟੁੱਟਾ ਭੱਜਿਆ, ਉੱਚਾ ਨੀਵਾਂ, ਠੀਕ ਹੈ। ਉਸ ਤੋਂ ਬਾਅਦ 31 ਵਸਤਾਤੀ, ਯਾਨੀ ਕਿ ਬੁਰੀ ਹਾਲਤ ਹੈ। ਜਿਸ ਤਰ੍ਹਾਂ ਰੋਡ ਪੁਰਾਣਾ ਹੋ ਜਾਂਦਾ, ਤੁਹਾਨੂੰ ਪਤਾ, ਫਿਰ ਟੋਏ ਟਿੱਬੇ ਛੋਟੇ ਮੋਟੇ, ਅਤੇ ਰੋਡ ਦੇਫੋਰਮਾਤਾ ਦੀ ਸ਼ਕਲ ਇਖਤਿਆਰ ਕਰ ਲੈਂਦਾ, ਠੀਕ ਹੈ। ਅੱਗੇ ਆ ਗਈ 200 ਕੁਨੇਤਾ, 200 ਯਾਨੀ ਕਿ ਪਹਿਲੇ ਚੜ੍ਹਾਈ ਫਿਰ ਉਤਰਾਈ ਰੋਡ, ਯਾਨੀ ਕਿ ਇੱਧਰ ਤਕਰੀਬਨ ਇਟਲੀ ਤਕਰੀਬਨ ਪਹਾੜੀ ਇਲਾਕਾ, ਅਕਸਰ ਹੀ 200 ਮਿਲਦੀ ਰਹਿੰਦੀ ਹੈ। ਇਹ ਨਾ ਮਿਲੇ 200 ਨਾ ਮਿਲੇ, ਫਿਰ 200 ਆਰਟੀਫਿਸ਼ਲ ਹੀ ਮਿਲ ਜਾਂਦੀ। ਇੱਕ ਆਰਟੀਫਿਸ਼ਲ 200 ਮਿਲ ਜਾਂਦੀ ਹੈ, ਉਹ ਪੀਲੇ ਰੰਗ ਦੀ ਹੁੰਦੀ, ਛੋਟੀ, ਜਿਸ ਤਰ੍ਹਾਂ ਜੰਪਰ ਬ੍ਰੇਕਰ ਹੁੰਦੇ ਨੇ, ਉਹ ਉਹਨਾਂ ਦਾ ਕੰਮ ਦਿੰਦੀ ਹੈ। ਇਹ ਜਿਹੜੀ 200 ਹੁੰਦੀ ਹੈ, ਰੋਡ ਜਾ ਰਿਹਾ ਪਹਾੜੀਆਂ ਦੇ ਅੱਗੇ ਜਿਹੜੇ ਰੋਡ ਬਣੇ ਨੇ, ਇੱਕ ਤੁਹਾਨੂੰ ਪਤਾ ਇੰਜ ਢਲਾਣ ਬਣੀ ਹੁੰਦੀ, ਚੜ੍ਹਾਈ ਬਣੀ ਹੁੰਦੀ, ਢਲਾਣ ਬਣੀ ਹੁੰਦੀ ਹੈ, ਠੀਕ। ਉਸ ਸਿਚੁਏਸ਼ਨ ਨੂੰ 200 ਕਹਿੰਦੇ ਨੇ। ਮਤਲਬ ਪਹਿਲੇ ਚੜ੍ਹਾਈ ਅਤੇ ਫਿਰ ਉਤਰਾਈ, ਇਸ ਅਮਲ ਨੂੰ ਕਹਿੰਦੇ ਨੇ 200। ਅੱਛਾ, ਫਿਰ ਉਸ ਤੋਂ ਬਾਅਦ ਅੱਗੇ ਆਈ ਸਿਗਨਲ ਦੀ ਪ੍ਰੈਜ਼ੀਡੈਂਸ, ਹੱਕ ਦੇਣ ਵਾਲੇ। ਇਹ ਸਿਗਨਲ ਜਦੋਂ ਮਿਲਦਾ, ਸਾਡੇ 'ਤੇ ਫਰਜ਼ ਹੁੰਦਾ ਕਿ ਅਸੀਂ ਅਗਲੇ ਬੰਦੇ ਨੂੰ ਹੱਕ ਦਈਏ। ਅਗਰ ਕੋਈ ਗੱਡੀ ਆ ਰਹੀ ਹੈ ਚੌਂਕ 'ਚ, ਤਾਂ ਸਾਡੇ 'ਤੇ ਲਾਜ਼ਮ ਕਿ ਅਸੀਂ ਰੁਕ ਕੇ ਉਹਨੂੰ ਹੱਕ ਦਈਏ। ਸੱਜੀ ਸਾਈਡ ਦੇ ਸਾਹਮਣੇ ਜਿਹੜੀਆਂ ਆ ਰਹੀਆਂ ਨੇ, ਅਤੇ ਅਸੀਂ ਉਹਨੂੰ ਹੱਕ ਦਈਏ। ਅਗਰ ਰੋਡ ਕਲੀਅਰ ਸਾਫ਼, ਅਤੇ ਫਿਰ ਅਸਾਂ ਲੰਘ ਜਾਣਾ, ਫਿਰ ਸਾਡੇ 'ਤੇ ਰੁਕਣ ਦੀ ਜ਼ਰੂਰਤ ਨਹੀਂ। ਅਗਰ ਗੱਡੀ ਅੱਗੇ ਮੌਜੂਦ ਹੈ, ਫਿਰ ਸਾਡੇ 'ਤੇ ਲਾਜ਼ਮ ਕਿ ਅਸੀਂ ਰੁਕੀਏ ਅਤੇ ਰੁਕ ਕੇ ਉਹਨੂੰ ਹੱਕ ਦਈਏ। ਅਗਰ ਗੱਡੀ ਨਹੀਂ, ਰਸਤਾ ਵਿਹਲਾ, ਅਸੀਂ ਮੱਠੀ ਸਪੀਡ ਕਰਨੀ, ਸੱਜੇ ਖੱਬੇ ਵਿਖਣਾ, ਅਤੇ ਅਸਾਂ ਲੰਘ ਜਾਣਾ ਹੈਗਾ। ਅੱਛਾ ਜੀ, ਉਸ ਤੋਂ ਬਾਅਦ ਸਟਾਪ ਮੰਨਦਾ ਕਿ ਅਸੀਂ ਰੁਕਣਾ ਵੀ ਹੈ ਅਤੇ ਹੱਕ ਵੀ ਦੇਣਾ। ਸਟਾਪ ਸਾਡੇ 'ਤੇ ਲਾਜ਼ਮ ਕਰਦਾ, ਬੇਸ਼ੱਕ ਗੱਡੀ ਨਹੀਂ ਵੀ ਹੈ, ਅਸਾਂ ਸਟਾਪ ਲਾਜ਼ਮੀ ਕਰਨਾ। ਫਿਰ ਅੱਗੇ ਆ ਗਿਆ ਦਿਵੀਏਤੋ ਦੀ ਟ੍ਰਾਂਜ਼ਿਟੋ, ਯਾਨੀ ਕਿ ਇੱਧਰ ਆਮਦ ਰਫਤ ਕਰਨੀ ਮਨ੍ਹਾ ਹੈ। ਜਿੱਥੇ ਅਸੀਂ ਮਿਸਾਲ ਦੇ ਤੌਰ 'ਤੇ ਅਸੀਂ ਚਿੰਤਰੋ ਅਬਿਤਾਤੋ ਜਾਂਦੇ ਹਾਂ, ਚਿੰਤਰੋ ਸ਼ਹਿਰ ਜਾਂਦੇ ਹਾਂ, ਐਤਵਾਰ ਵਾਲੇ ਦਿਨ ਤੁਸੀਂ ਫਰਜ਼ ਕਰ ਲਓ, ਐਤਵਾਰ ਵਾਲੇ ਦਿਨ ਅਕਸਰ ਔਕਾਤ ਸ਼ਹਿਰ ਬੰਦ ਹੁੰਦੇ ਨੇ, ਚੌਂਕ
ਬੰਦ ਹੁੰਦੇ ਨੇ ਕਿੰਨਾ ਵਾਸਤੇ? ਗੱਡੀਆਂ ਵਾਸਤੇ। ਪੈਦਲ ਵਾਲੇ ਉਧਰ ਜਾ ਸਕਦੇ ਨੇ। ਗੱਡੀਆਂ ਵਾਸਤੇ ਜਦੋਂ ਬੰਦ ਨੇ ਸਮਝੋ ਸਾਰੀਆਂ ਗੱਡੀਆਂ ਵਿੱਚ ਕੋਈ ਗੱਡੀ ਹੀ ਨਹੀਂ ਜਾ ਸਕਦੀ। ਸਾਰਿਆਂ ਵਾਸਤੇ ਦੀਵੀਏਤੋ ਦੀ ਟ੍ਰਾਂਜ਼ਿਟ ਯਾਨੀ ਕਿ ਸਾਰਿਆਂ ਵਾਸਤੇ ਜਾਣਾ ਮਨਾ ਹੈ। ਕੋਈ ਗੱਡੀ ਨਹੀਂ ਜਾ ਸਕਦੀ, ਲੇਕਿਨ ਚਾਹੇ ਇੱਕ ਟਾਇਰ ਵਾਲੀ ਹੋਵੇ, 2 ਵਾਲੀ ਹੋਵੇ, 4 ਵਾਲੀ ਹੋਵੇ, 6 ਵਾਲੀ ਹੋਵੇ, 8 ਵਾਲੀ ਹੋਵੇ, ਠੀਕ ਹੈ। ਫਿਰ ਇਹ ਹੁਣ ਉਤਲਾ ਸਿਗਨਲ ਆਉਂਦਾ ਕਿ ਜਾਣਾ ਮਨਾ ਹੈ। ਕਿੰਨਾ ਦਾ ਥੱਲੇ ਜਿਹੜੀਆਂ 2 ਗੱਡੀਆਂ ਬਣਾਈਆਂ ਨੇ ਇਹਨਾਂ ਦਾ ਜਾਣਾ ਮਨਾ ਹੈ। ਸਮਾਨ ਲੈ ਕੇ ਜਾਣੇ ਉਤਲੀ ਹੈ autotreni ਅਤੇ ਥਰਡਲੀ ਜਿਹੜੀ ਹੈ autoarticolati। autotreni ਅਤੇ autoarticolati ਇਹਨਾਂ ਦਾ ਜਾਣਾ ਮਨਾ ਹੈ। ਅੱਛਾ, ਫਿਰ ਅੱਗੇ ਆਇਆ ਸੈਂਆਲੇ ਦੀ ਓਬਲੀਗੋ ਯਾਨੀ ਕਿ ਓਬਲੀਗੇਸ਼ਨ ਫਰੀਜ਼ੇ ਵਾਲੇ। ਓਬਲੀਗੋ ਯਾਨੀ ਕਿ ਫਰਜ਼ ਹੋ ਜਾਂਦੀ ਇੱਕ ਚੀਜ਼। ਇਹ ਹੁਣ ਸਿਗਨਲ ਹੈ ਗੋਲ ਨੀਲੇ ਰੰਗ ਦੇ ਵਿੱਚ ਚਿੱਟਾ ਬੈਕਗਰਾਊਂਡ। ਇਹ ਹੁਣ ਓਬਲੀਗੋ ਦਾ। ਇਹ ਓਬਲੀਗੋ ਕੀ ਸਾਡੇ 'ਤੇ ਕਰਦਾ ਪਿਆ? ਓਬਲੀਗੋ ਸਾਡੇ 'ਤੇ ਇਹ ਕਰਦਾ ਪਿਆ, ਸਾਡੇ 'ਤੇ ਫਰਜ਼ ਇਹ ਚੀਜ਼ ਕਰਦਾ ਪਿਆ ਕਿ ਅਸੀਂ ਸਿਰਫ ਸਿੱਧੇ ਹੀ ਜਾਈਏ। ਅਸੀਂ ਫਰੇਚੇ ਨੂੰ ਫਾਲੋ ਕਰੀਏ। ਤੀਰ ਨੂੰ ਉਹਨਾਂ ਨੇ ਫਰੇਚੇ ਨੂੰ ਫਾਲੋ ਕਰੀਏ, ਇਸੇ ਡਾਇਰੈਕਸ਼ਨ ਨਾਲ ਜਾਈਏ ਜਿੱਧਰ ਨੂੰ ਸਾਨੂੰ ਕਹਿ ਰਿਹਾ। ਅੱਛਾ ਸਿੱਧਾ। ਇਹ ਹੁਣ ਸਾਨੂੰ ਕਹਿ ਰਿਹਾ ਕਿ ਸਿੱਧਾ ਹੀ ਜਾਓ, ਠੀਕ। ਇਹ ਸਿਗਨਲ ਨੂੰ ਇਹ ਨਹੀਂ ਥੜਲੇ 2 ਸਿਗਨਲ ਨਹੀਂ ਸਮਝੇ। ਜਿਹੜਾ ਸਿਗਨਲ ਹੈ ਸਿਰਫ ਇੱਕ ਸਿਗਨਲ ਦਾ ਇੱਕੋ ਹੀ ਨਾਮ ਹੈ, ਉਹਨੂੰ ਹੀ ਜ਼ੇਨ 'ਚ ਰੱਖਣਾ, ਸਿਰਫ ਇਹਦੇ ਵਾਸਤੇ ਹੀ ਹੈ। ਬਾਕੀ ਥੱਲੇ ਉਹਨੇ 6 ਸਿਗਨਲ 8 ਜੋ ਵੀ ਦਿੱਤੇ ਨੇ ਉਹ ਨਹੀਂ ਹਨ। ਹੁਣ ਇਹ ਉਤਲਾ ਓਬਲੀਗਾ ਦਾ, ਇਹ ਥੜਲਾ ਹੁਣ ਓਬਲੀਗਾ ਦਾ ਨਹੀਂ ਹੈ, ਠੀਕ ਹੈ। ਇਹ ਹੁਣ ਥੜਲਾ ਸੈਂਸ ਊਨਿਕੋ ਦਾ ਫਰੰਟਾਲੇ ਦਾ। ਅੱਛਾ, ਇਹ ਹੁਣ ਕਹਿੰਦਾ ਕਿ ਸਿਰਫ ਖੱਬੇ ਹੀ ਮੁੜਨਾ ਇੱਥੋਂ, ਠੀਕ ਹੈ। ਅਸੀਂ ਇੱਥੇ ਹੁਣ ਸਿੱਧੇ ਵੀ ਨਹੀਂ ਜਾ ਸਕਦੇ ਸੱਜੇ। ਇਹ ਹੁਣ ਕਹਿੰਦਾ ਖੱਬੇ ਮੁੜਨਾ ਹੈ। ਇਹ ਹੁਣ ਅਸੀਂ ਸਿੱਧੇ ਜਾ ਰਹੇ ਹਾਂ ਅਤੇ ਅੱਗੋਂ ਇੱਕ ਚੌਂਕ ਆ ਗਿਆ। ਇਹ ਹੁਣ ਕਹਿੰਦਾ ਅਸੀਂ ਸਿਰਫ ਖੱਬੇ ਮੁੜਨਾ ਅਤੇ ਇਹ ਸਾਨੂੰ ਆਉਂਦਾ ਕਿ ਅਸੀਂ ਇੱਧਰੋਂ ਗੁਜ਼ਰਨਾ ਹੈ ਖੱਬੀ ਸਾਈਡ ਨੂੰ। ਇਹ ਹੁਣ ਅਸੀਂ ਗੁਜ਼ਰਨਾ ਹੈ ਅਤੇ ਗੁਜ਼ਰਨ ਵਿੱਚ ਅਤੇ ਮੁੜਨ ਵਿੱਚ ਫਰਕ ਹੈ। ਮੁੜਨ ਤੋਂ ਮੁਰਾਦ ਇੱਕ ਮੋੜ ਆ ਗਿਆ ਅਤੇ ਗੁਜ਼ਰਨ ਤੋਂ ਮੁਰਾਦ ਕਿ ਅਸੀਂ ਤਾਂ ਸਿੱਧਾ ਹੀ ਗੁਜ਼ਰ ਜਾਣਾ। ਇੱਧਰੋਂ ਦੀ ਹੋ ਕੇ ਅਸੀਂ ਸਿੱਧਾ ਹੀ ਲੰਘ ਜਾਣਾ, ਸਿੱਧਾ ਸੱਜੇ ਖੱਬੇ ਜਿੱਧਰ ਨੂੰ ਵੀ। ਇਹ ਸਿਰਫ ਅਸੀਂ ਗੁਜ਼ਰਨਾ ਹੈ ਇੱਧਰੋਂ ਅਤੇ ਉਹ ਉਤਲਾ ਕਹਿੰਦਾ ਕਿ ਅਸੀਂ ਮੁੜਨਾ ਹੈ ਇੱਧਰੋਂ ਖੱਬੇ। ਮੋੜ ਵਿੱਚ ਅਤੇ ਗੁਜ਼ਰਨ ਵਿੱਚ ਫਰਕ ਹੈ। ਅੱਛਾ, ਇਹ ਹੁਣ ਸੈਂਸ ਊਨਿਕ ਵਾਲਾ ਹੁੰਦਾ ਹੈ। ਇੱਕ ਤਰਫਾ ਜਿੱਧਰ ਰੋਡ ਹੋਵੇ ਉੱਤੇ ਲੱਗੇ ਹੁੰਦੇ ਕਿ ਇੱਧਰੋਂ ਸਿਰਫ ਇੱਧਰ ਦੀ ਹੀ ਟ੍ਰੈਫਿਕ ਜਾ ਰਹੀ ਹੈ। ਅੱਛਾ ਜੀ, ਅੱਗੇ ਸੈਂਆਲੇ ਦੀ ਇੰਡੀਕਾzione। ਉਹ ਜਿਹੜੇ ਸਿਗਨਲ ਜਿਹੜੇ ਸਾਨੂੰ ਇੰਡੀਕੇਟ ਕਰਦੇ ਨੇ, ਸਾਨੂੰ ਦੱਸਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਇਸ ਤਰ੍ਹਾਂ ਕਰਨਾ। ਇਹ ਹੁਣ ਦੱਸਦਾ ਪੈਂਦਾ ਸੈਂਸ ਊਨਿਕੋ ਫਰੰਟਾਲੇ, ਇੱਧਰ ਨੂੰ ਇੱਕੋ ਤਰਫ ਦਾ ਰੋਡ ਹੈ ਅਤੇ ਇੱਧਰ ਨੂੰ ਜਾਓ। ਇਹ ਹੁਣ ਸੈਂਸ ਊਨਿਕੋ ਹੈ। ਥੜਲਾ ਜਿਹੜਾ ਓਬਲੀਗਾਤੋਰੀਓ ਦਾ ਸਿਗਨਲ। ਇਹ ਹੁਣ ਕਹਿੰਦਾ ਕਿ ਸਿੱਧਾ ਹੀ ਜਾਣਾ ਅਤੇ ਇਹ ਸਿਰਫ ਸਾਨੂੰ ਦੱਸਦਾ ਪਿਆ ਕਿ ਸਿਰਫ ਇੱਕ ਤਰਫਾ ਰੋਡ ਹੈ। ਇਹ ਹੁਣ ਦੱਸਦਾ ਇੱਕ ਤਰਫਾ ਰੋਡ ਹੈ। ਇਹ ਹੁਣ ਸਾਨੂੰ 2 ਤਰਫਾ ਰੋਡ 'ਤੇ ਵੀ ਮਿਲ ਸਕਦਾ। ਇਹ ਜਿਹੜਾ ਨਾ ਰੋਡ 2 ਤਰਫਾ, ਲੇਕਿਨ ਅਸੀਂ ਜਿੱਧਰ ਜਾ ਰਹੇ ਹਾਂ ਸਾਨੂੰ ਕਹਿੰਦਾ ਤੁਸੀਂ ਸਿੱਧੇ ਹੀ ਜਾਓ। ਪਰਲੀ ਸਾਈਡ 'ਤੇ ਖੱਬੇ ਜਾ ਰਹੇ ਹਾਂ ਜਾਂਦੇ। ਇਹ ਹੁਣ ਸਾਨੂੰ ਸਿਰਫ ਇੱਕੋ ਤਰਫਾ ਰੋਡ ਵਾਲੀ ਮਿਲਦਾ। ਅਸੀਂ ਜਿੱਧਰ ਜਾ ਰਹੇ ਹਾਂ ਉੱਧਰ ਸਿਰਫ ਇੱਕ ਤਰਫਾ ਦੀ ਆਮਦ ਰੱਖਦੇ। ਅੱਛਾ, ਅੱਗੇ ਅੱਛਾ ਜੀ, ਇਹ ਹੁਣ ਸਾਨੂੰ ਦੱਸਦਾ ਪਿਆ ਅਸੀਂ ਚੇਂਤਰੋ 'ਚ ਜਾਣਾ ਅਤੇ ਅਸੀਂ ਰੋਡ ਤੋਂ ਅੱਗੇ ਜਾ ਕੇ ਦੂਸਰੇ ਚੌਂਕ 'ਚੋਂ ਸੱਜੇ ਮੁੜ ਜਾਣਾ ਤਾਂ ਕਿ ਅਸੀਂ ਚੇਂਤਰ। ਅਗਰ ਅਸੀਂ ਜੇਮੋਨਾ ਜਾਣਾ ਅਤੇ ਅਸੀਂ ਇਹ ਜਿਹੜੇ ਚੌਂਕ 'ਚੋਂ ਸੱਜੀ ਸਾਈਡ 'ਤੇ ਮੁੜ ਜਾਣਾ ਪਹਿਲੇ ਚੌਂਕ 'ਚੋਂ, ਠੀਕ ਹੈ। ਅਤੇ ਨਾਲ ਹੀ ਸਾਨੂੰ ਦੱਸਦਾ ਪਿਆ ਖੱਬੀ ਸਾਈਡ 'ਤੇ ਜਾਣ ਵਾਸਤੇ ਸੈਂਸੋ ਵੀਏਤਾ ਅਤੇ ਖੱਬੀ ਸਾਈਡ 'ਤੇ ਜਾਣਾ ਮਨਾ ਹੈ ਸਾਡਾ। ਹੁਣ ਇਸੇ ਤਰ੍ਹਾਂ ਦੱਸਦਾ ਪਿਆ ਜੇ ਇੱਥੋਂ ਸਿੱਧੇ ਜਾ ਕੇ ਪਹਿਲਾ ਚੌਂਕ ਛੱਡ ਕੇ ਜਿੱਥੇ ਆ ਲਾਲ ਨਿਸ਼ਾਨ ਬਣਿਆ ਇਸ ਤੋਂ ਅਗਲਾ ਉਸਪਿਤਾਲ ਵਾਲਾ ਦੂਸਰਾ ਚੌਂਕ ਹੈ ਅਤੇ ਪਹਿਲਾ ਚੌਂਕ ਉਰਲਾ ਜਿੱਥੇ 2 ਤੀਰ ਉਰਲੇ ਜਿਹੜੇ ਬਣੇ ਨੇ ਪਹਿਲਾ ਚੌਂਕ, ਅਗਲੇ 2 ਤੀਰ ਦੂਸਰੇ ਚੌਂਕ ਦੇ ਨੇ, ਠੀਕ ਹੈ। ਦੂਸਰੇ ਚੌਂਕ 'ਚ ਖੱਬੇ ਹੋ ਜਾਣਾ ਹਸਪਤਾਲ ਵਾਸਤੇ ਅਤੇ ਆਸਤਰੀਆ ਤਾਰਵੀਜ਼ੀਓ ਅਤੇ ਤੋਲਮੇਜ਼ੋ ਵਾਲੀ ਸਾਈਡ 'ਤੇ ਅਗਰ ਜਾਣਾ ਤਾਂ ਅਸੀਂ ਦੂਸਰੇ ਚੌਂਕ 'ਚੋਂ ਖੱਬੇ ਹੋਣਾ। ਅਗਰ ਅਸੀਂ ਚੇਂਤਰੋ ਤ੍ਰਿਸਤੇ ਜਾਂ ਗਰਾਦੋ ਚੀਵੀਦਾਲ ਵੱਲ ਜਾਣਾ ਫਿਰ ਅਸੀਂ ਦੂਸਰੇ ਚੌਂਕ 'ਚੋਂ ਸੱਜੇ ਹੋ ਜਾਣਾ, ਦੇਸਤਰੇ ਹੋ ਜਾਣਾ, ਠੀਕ ਹੈ। ਅਗਰ ਜੇਮੋਨਾ ਜਾਣਾ ਤਾਂ ਅਸੀਂ ਪਹਿਲੇ ਚੌਂਕ 'ਚੋਂ ਸੱਜੇ ਹੋਣਾ, ਠੀਕ ਹੈ। ਅੱਛਾ ਜੀ, ਇਹ ਹੁਣ ਦੱਸਦਾ ਪਿਆ ਅਸੀਂ ਇਹ ਹੁਣ ਸਾਨੂੰ ਡਾਇਰੈਕਸ਼ਨ ਦੱਸਿਆ ਇੰਡੀਕਾਤੋਰੇ ਸਾਨੂੰ ਇੰਡੀਕੇਸ਼ਨ ਕਰ ਰਿਹਾ, ਸਾਨੂੰ ਦੱਸ ਰਿਹਾ। ਅਗਰ ਅਸੀਂ ਤਾਂਗੈਂਸੀਆਲੇ ਜਾਣਾ ਤਾਂ ਅਸੀਂ ਸਿੱਧੇ ਜਾਣਾ, ਆਟੋਸਟਰਾਦੇ ਦੇ ਫੜਨਾ, ਰੋਤਾਤੋਰੀਆ ਤੋਂ ਪਹਿਲਾਂ ਦੂਸਰਾ ਐਗਜ਼ਿਟ ਲੈਣਾ, ਠੀਕ ਹੈ। ਬਲੋਨੀਆ ਵਾਸਤੇ ਅਸੀਂ ਤੀਸਰਾ ਐਗਜ਼ਿਟ ਲੈਣਾ, ਸੱਜੇ ਮੁੜਨ ਵਾਸਤੇ ਅਸੀਂ ਪਹਿਲੇ ਹੀ ਐਗਜ਼ਿਟ ਲੈ ਲੈਣਾ। ਇੱਦਾਂ ਇਹ ਜਿਹੜੀਆਂ ਲੋਕੇਸ਼ਨਾਂ ਉੱਧਰ ਜਾਣ ਵਾਸਤੇ ਸਿਰਫ ਇਹਨਾਂ ਵਾਸਤੇ ਇੱਕ ਪੜ੍ਹਨਾ ਹੁੰਦਾ, ਬਾਕੀ ਐਡੀ ਕੋਈ ਖਾਸ ਚੀਜ਼ ਨਹੀਂ ਹੈ, ਈਜ਼ੀ ਨੇ। ਪਸਕਾਰੇ ਜਾਣ ਵਾਸਤੇ ਸਿੱਧਾ ਹੈ। ਪਸਕਾਰੇ ਜਾਣ ਵਾਸਤੇ ਹੁਣ ਆਖ ਰਿਹਾ ਕਿ 3.5 ਟਨ ਤੋਂ ਉੱਤੇ ਵਾਲੀ ਗੱਡੀ ਨਹੀਂ ਜਾ ਸਕਦੀ ਹੈ। ਰੋਮ ਵਾਲੀ ਸਾਈਡ 'ਤੇ ਜਾਣਾ ਖੱਬੀ ਸਾਈਡ 'ਤੇ ਆਟੋਸਟਰਾਦਾ, ਠੀਕ ਹੈ। ਤਾਂ ਤੁਸੀਂ ਆਟੋਸਟਰਾਦਾ ਫੜ ਕੇ ਰੋਮ ਵਾਲੀ ਸਾਈਡ 'ਤੇ ਜਾ ਸਕਦੇ ਹੋ। ਅੱਛਾ ਜੀ, ਅੱਗੇ ਆ ਗਏ ਪਨੇਲੀ ਇੰਟੀਗ੍ਰਾਟੀਵੀ ਯਾਨੀ
ਪਨੇਲੀ ਆ ਛੋਟੇ ਪੈਨਲ ਜਿਹੜੇ ਹੁੰਦੇ ਇਹ ਸਾਨੂੰ ਦੱਸਦੇ ਨੇ ਕਿ ਇੰਨਾ ਫਾਸਲਾ ਰਹਿ ਗਿਆ, ਇੰਨੇ ਫਾਸਲੇ ਅੱਗੋਂ ਪੈਰੀ ਕੋਲੋਂ ਸ਼ੁਰੂ ਹੋ ਗਿਆ, ਇੱਥੋਂ ਲੈ ਕੇ ਫਲਾਣੀ, ਇੱਥੋਂ ਲੈ ਕੇ ਤੇ ਇੰਨੀ ਜਗ੍ਹਾ ਤੱਕ ਜਿਹੜਾ ਦਸਤਾਨਸਾ ਤਕਰੀਬਨ ਸਾਨੂੰ ਜ਼ਿਆਦਾਤਰ ਦੱਸਦੇ ਨੇ ਇਹਦੇ 'ਚ। ਹੁਣ ਮਿਸਾਲ ਦੇ ਤੌਰ 'ਤੇ ਤੁਸੀਂ ਵੇਖ ਲਓ, ਇਹ ਵੇਖ ਲਓ ਇੱਕ ਪੈਰੀ ਕੋਲੋਂ ਦੇ ਸਿਗਨਲ ਦੇ ਥੱਲੇ ਇਹ ਲੱਗੇ ਆ, ਜਿੱਥੇ ਸਿਗਨਲ ਲੱਗੇ ਆ ਨਾ ਨਾਰਮਲ ਤੌਰ ਤੇ ਪੈਰੀ ਕੋਲੋਂ ਦਾ ਸਿਗਨਲ 150 ਮੀਟਰ ਪਹਿਲੇ ਮਿਲਦਾ ਸਾਨੂੰ, ਕਿਤੋਂ ਪੈਰੀ ਕੋਲੋਂ ਤੋਂ ਖਤਰੇ ਤੋਂ 150 ਮੀਟਰ ਪਹਿਲੇ ਮਿਲਦਾ। ਲੇਕਿਨ ਹੁਣ ਜਦੋਂ ਪੈਰੀ ਕੋਲੋਂ ਦਾ ਸਿਗਨਲ ਸਾਨੂੰ ਮਿਲਿਆ, ਕੋਈ ਵੀ ਪੈਰੀ ਕੋਲ ਹੋਈਏ, ਉਹਦੇ ਥੱਲੇ ਇਹ ਲਿਖਿਆ ਇਹ 380 ਮੀਟਰ ਲਿਖਿਆ, ਸਾਈਡਾਂ 'ਤੇ 2 ਤੀਰ ਬਣੇ ਨੇ। ਇਹ ਹੁਣ ਆਉਂਦੇ ਪਏ ਨੇ ਕਿ ਇੱਥੋਂ ਜਿਹੜਾ ਪੈਰੀ ਕੋਲੋਂ ਦਾ ਸਿਗਨਲ ਦੇ ਵਿੱਚ ਜੋ ਪੈਰੀ ਕੋਲੋਂ ਨੇ ਦੱਸਿਆ ਕਿ ਕੀ ਖਤਰਾ ਹੈ, ਜਿਹੜਾ ਖਤਰਾ ਉਹਨਾਂ ਦੱਸਿਆ ਉਹ ਖਤਰਾ ਜਿੱਥੇ ਸਿਗਨਲ ਲੱਗੇ ਆ ਉੱਥੋਂ ਸ਼ੁਰੂ ਹੋ ਜਾਂਦਾ 380 ਮੀਟਰ ਤੱਕ ਉਹ ਖਤਰਾ ਹੈ। ਉਸ ਤੋਂ ਅੱਗੇ ਖਤਰਾ ਖਤਮ ਹੈ, ਉਸ ਤੋਂ ਅੱਗੇ ਖਤਰਾ ਨਹੀਂ ਹੈ, ਨਾ ਹੀ ਉਸ ਤੋਂ ਪਹਿਲੇ ਵੀ। ਅਤੇ ਇਸੇ ਤਰ੍ਹਾਂ ਜਿਹੜਾ ਹੁਣ ਥੱਲੇ ਸਿਗਨਲ ਮਿਲਦਾ ਇਹ ਆਉਂਦਾ ਕਿ ਇੱਥੋਂ ਲੈ ਕੇ ਤੇ 2.8 ਕਿਲੋਮੀਟਰ ਅੱਗੇ ਤੱਕ ਖਤਰਾ ਹੈ ਸਾਨੂੰ। ਕਿਹੜਾ ਖਤਰਾ? ਜਿਹੜਾ ਉਹਨਾਂ ਉਹਦੇ ਵਿੱਚ ਇੰਡੀਕੇਟ ਕੀਤੇ ਹੈ, ਠੀਕ ਹੈ। ਅੱਛਾ, ਇਹ ਹੁਣ ਪਨੇਲੀ ਸਾਨੂੰ ਦੱਸਦਾ ਪਿਆ ਕਿ ਇੰਨਾ ਲੰਮਾ ਖਤਰਾ ਹੈ, ਇੰਨੀ ਦੂਰ ਤੱਕ ਖਤਰਾ। ਅੱਛਾ, ਇਹ ਜਿਸ ਤਰ੍ਹਾਂ ਵੇਖੋ ਦੱਸਦਾ ਪਿਆ ਕਿ ਇਸ ਤਰ੍ਹਾਂ ਦਾ ਦੇ ਫਰਮਾਤਾ ਰੋਡ ਟੁੱਟ ਭੱਜ ਦਾ ਸ਼ਿਕਾਰ ਕਿੱਥੋਂ, ਇੱਥੋਂ ਲੈ ਕੇ ਤੇ 380 ਮੀਟਰ ਅੱਗੇ ਤੱਕ, ਠੀਕ ਹੈ। ਇਹ ਹੁਣ ਦੱਸਦਾ ਪਿਆ ਕਿ ਡਬਲ ਮੋੜ ਇੱਥੋਂ ਲੈ ਕੇ ਤੇ 380 ਮੀਟਰ ਅੱਗੇ ਤੱਕ ਡਬਲ ਮੋੜ, ਠੀਕ ਹੈ। ਅਤੇ ਬਾਕੀ ਇਹ ਹੁਣ ਦੱਸਦਾ ਪਿਆ ਕਿ ਉਤਲਾ ਸਿਗਨਲ 0 ਤੋਂ ਲੈ ਕੇ 24 ਘੰਟੇ ਯਾਨੀ ਕਿ ਰਾਤੀ 1 ਵਜੇ ਤੋਂ ਲੈ ਕੇ ਅਗਲੇ ਰਾਤ 12 ਵਜੇ ਤੱਕ ਤੁਸੀਂ ਇਹ ਸਿਗਨਲ ਵੈਲਿਡ ਹੈ, ਚਾਹੇ ਉਹਦੀ ਵੀਅਤ ਦਾ ਹੋਵੇ ਚਾਹੇ ਕੋਈ ਵੀ ਹੋਵੇ, ਸਿਗਨਲ ਦੀ ਵੈਲਿਡਿਟੀ 24 ਘੰਟੇ ਵੇ। ਉਤਲਾ 0 ਤੋਂ 24 ਤੋਂ ਮਿਲਾ ਦੇ ਦਿਨੇ ਵੀ ਤੇ ਰਾਤੀ ਵੀ ਵੈਲਿਡ ਹੈ। ਮਿਸਾਲ ਦੇ ਤੌਰ 'ਤੇ ਇੱਕ ਰੋਡ 'ਤੇ ਲੱਗੇ ਹੈ ਕਿ ਪਾਰਕਿੰਗ ਕਰਨੀ ਮਨਾ ਹੈ, ਉਹ ਆਉਂਦਾ ਕਿ ਦਿਨੇ ਵੀ ਪਾਰਕਿੰਗ ਕਰਨੀ ਮਨਾ, ਰਾਤੀ ਵੀ ਪਾਰਕਿੰਗ ਕਰਨੀ। ਹਾਲਾਂਕਿ ਸ਼ਹਿਰਾਂ ਦੇ ਵਿੱਚ ਰਾਤੀ 8 ਵਜੇ ਤੋਂ ਬਾਅਦ ਪਾਰਕਿੰਗ ਕਰ ਸਕਦੇ ਹੋ ਤੁਸੀਂ ਬਥੇਰੀਆਂ ਥਾਵਾਂ 'ਤੇ, ਲੇਕਿਨ ਜਿੱਥੇ 0 ਤੋਂ ਲੈ ਕੇ 24 ਲਿਖਿਆ ਉੱਥੇ ਤੁਸੀਂ ਨਾ ਦਿਨੇ ਨਾ ਰਾਤੀ ਕਰ ਸਕਦੇ ਹੋ, ਠੀਕ ਹੈ। ਉੱਥੇ ਸੈਂਪਰ ਹੀ ਮਨਾ ਹੈ, ਸਾਰਾ ਸਾਲ ਮਨਾ ਹੈ। ਅੱਛਾ, ਅੱਗੇ 20 ਸਿਗਨਲ ਪਨੇਲੀ 20 ਦੱਸਦਾ ਪਿਆ ਕਿ 7:30 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਇਹ ਚੀਜ਼ ਕਰਨੀ ਮਨਾ ਹੈ। ਕਿਹੜੀ ਚੀਜ਼ ਕਰਨੀ ਮਨਾ ਹੈ? ਜਿਹੜੇ ਅਗਰ ਦੀਵੀਏਤੋ ਦਾ ਲੱਗੇ ਹੈ ਜਾਂ ਕੋਈ ਵੀ ਲੱਗੇ ਹੈ ਉਹ ਚੀਜ਼ ਇਹਦੇ ਦੌਰਾਨ ਵੈਲਿਡ ਹੈ ਜਾਂ ਨਹੀਂ ਵੈਲਿਡ, ਠੀਕ ਹੈ। ਮਿਸਾਲ ਦੇ ਤੌਰ 'ਤੇ ਹੁਣ ਪਾਰਕਿੰਗ ਵਾਲਾ ਲਿਖਿਆ ਹੈ ਲੱਗੇ ਹੈ, ਤੁਸੀਂ ਪਾਰਕਿੰਗ ਕਰ ਸਕਦੇ ਹੋ 7:30 ਤੋਂ ਲੈ ਕੇ ਸੁਬਾਹ 7:30 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਤੁਸੀਂ ਪਾਰਕਿੰਗ ਕਰ ਸਕਦੇ ਹੋ ਅਗਰ ਪਾਰਕਿੰਗ ਵਾਲਾ ਲੱਗੇ ਹੈ। ਅਗਰ ਦੀਵੀਏਤੋ ਦੀ ਪਾਰਕਿੰਗ ਵਾਲਾ ਲੱਗਿਆ ਫਿਰ ਉਹ ਕਹੇਗਾ ਕਿ ਸੁਬਾਹ 7:30 ਵਜੇ ਤੋਂ ਲੈ ਸ਼ਾਮੀ 7:30 ਵਜੇ ਤੱਕ ਪਾਰਕਿੰਗ ਕਰਨੀ ਮਨਾ ਹੈ ਇੱਥੇ, ਠੀਕ ਹੈ। ਜਿਵੇਂ ਇਹ ਹੁਣ ਆਉਂਦਾ ਪਿਆ ਦੀਵੀਏਤੋ ਦੀ ਟ੍ਰਾਂਜ਼ਿਟੋ ਸੁਬਾਹ 7:30 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਇੱਧਰ ਗੱਡੀਆਂ ਦਾ ਜਾਣਾ ਮਨਾ ਹੈ। ਇਹ ਹੁਣ ਆਉਂਦਾ ਪਿਆ ਕਿ ਸੁਬਾਹ 7:30 ਤੋਂ ਲੈ ਕੇ ਸ਼ਾਮੀ 7 ਵਜੇ ਤੱਕ ਇੱਥੇ ਪਾਰਕਿੰਗ ਕਰਨੀ ਮਨਾ ਹੈ, ਠੀਕ ਹੈ। ਤੁਸੀਂ ਗੱਡੀ ਪਾਰਕ ਨਹੀਂ ਕਰ ਸਕਦੇ ਲੇਕਿਨ ਫਿਰ ਮਾਤਾ ਕਰ ਸਕਦੇ ਹੋ, ਨਾਰਮਲ ਰੁਕ ਸਕਦੇ ਹੋ ਗੱਡੀ। ਅੱਛਾ, ਅੱਗੇ ਆਈਓ ਜੀ, ਇਹ ਹੁਣ ਪਨੇਲੀ ਹੈ। ਇਹ ਆਉਂਦਾ ਕਿ ਜੋਰਨੀ ਫੈਸਟੀਵ ਵੀ ਜਿਹੜੇ ਦਿਨ ਵਿੱਚ ਇਹਨਾਂ ਚਰਚ ਵਗੈਰਾ ਖੁੱਲ੍ਹੇ ਹੁੰਦਾ ਜਾਂ ਜਿਹੜੇ ਮਜ਼ਹਬੀ ਦਿਨ ਹੁੰਦੇ ਨੇ ਉਹਨਾਂ ਦੇ ਦੌਰਾਨ ਇਹ ਸਿਗਨਲ ਵੈਲਿਡ ਹੁੰਦਾ। ਮਿਸਾਲ ਦੇ ਤੌਰ 'ਤੇ ਡੋਮੀਨਿਕਾ ਲਾ ਲਓ, ਐਤਵਾਰ ਵਾਲੇ ਦਿਨ ਤੇ ਖੁੱਲ੍ਹਦਾ ਹੀ ਹੈ, ਠੀਕ ਹੈ। ਸੋਰੀ ਐਤਵਾਰ ਵਾਲੇ ਦਿਨ ਇਹ ਉਂਝ ਵੀ ਵੈਲਿਡ ਹੁੰਦਾ ਸੁਬਾਹ 8 ਤੋਂ ਲੈ ਕੇ ਸ਼ਾਮੀ 8 ਵਜੇ ਤੱਕ। ਮਸਲਨ ਦੀਵੀਏਤੋ ਦੀ ਟ੍ਰਾਂਜ਼ਿਟੋ ਲੱਗੇ ਹੈ ਯਾਨੀ ਕਿ ਇੱਧਰ ਗੱਡੀਆਂ ਦੀ ਆਮਦ ਰਫਤ ਕਰਨੀ ਮਨਾ ਹੈ। ਕਿਉਂ? ਕਿਉਂਕਿ ਉੱਧਰ ਕੋਈ ਮਜ਼ਹਬੀ ਚੀਜ਼ ਜਾਂ ਕੋਈ ਐਸੀ ਚੀਜ਼ ਹੋ ਸਕਦੀ ਹੈ ਫਾਸ਼ੂਰਾਰੀ ਰਿਜੋਨੀ ਫੈਸਟੀਵੀ ਯਾਨੀ ਕਿ ਯਾਨੀ ਕਿ ਮਜ਼ਹਬੀ ਦਿਨ ਜਿਹੜੇ ਹੁੰਦੇ ਨੇ ਉਹਨਾਂ ਦੇ ਦੌਰਾਨ ਇਹ ਸਿਗਨਲ ਵੈਲਿਡ ਹੁੰਦਾ। ਅਗਰ ਦੀਵੀਏਤੋ ਹੈ ਤਾਂ ਉਹ ਮਨਾਹੀ ਹੈ ਉਸ ਚੀਜ਼ ਦਾ ਕਰਨਾ। ਅਗਰ ਉਹ ਪੈਨਲ ਦੱਸਦਾ ਪਿਆ ਕਿ ਸਿਗਨਲ ਦੱਸ ਰਿਹਾ ਕਿ ਇਸ ਚੀਜ਼ ਦਾ ਕਰਨਾ ਮਨਾ ਹੈ ਅਤੇ ਸਮਝੋ ਕਿ ਸੁਬਾਹ 8 ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਕਰਨਾ ਮਨਾ ਹੈ, ਠੀਕ ਹੈ। ਪਾਰਕਿੰਗ ਕਰਨੀ ਮਨਾ ਹੈ ਜਾਂ ਅੰਦਰ ਜਾਣਾ ਮਨਾ ਹੈ ਜਾਂ ਐਂਟਰੀ ਕਰਨਾ ਮਨਾ ਹੈ। ਜੋਰਨੀ ਫੈਸਟੀਵੀ ਜਦੋਂ ਅਸੀਂ ਡਿਟੇਲ ਨਾਲ ਪੜ੍ਹਾਂਗੇ ਤੁਹਾਨੂੰ ਇਕੱਲੀ ਚੀਜ਼ ਸਮਝਾਵਾਂਗੇ ਇਹਨਾਂ ਦਾ, ਠੀਕ ਹੈ। ਇੱਕ ਛੋਟੀ ਜਿਹੀ ਡੈਮੋ ਵੀਡੀਓ ਪਾਉਣ ਦੇ ਹਾਂ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਕੀ ਤਰੀਕੇ ਕਾਰ ਹੈ ਸਾਡਾ ਪੜ੍ਹਾਉਣ ਦਾ, ਠੀਕ ਹੈ। ਅੱਛਾ ਜੀ, ਅੱਗੇ ਆ ਗਿਆ ਸੰਯਾਲੀ ਟੈਂਪੋਰਾਨੇਰੀ ਯਾਨੀ ਕਿ ਟੈਂਪੋਰੇਰੀ ਸਿਗਨਲ ਜਿਹਨੂੰ ਅਸੀਂ ਕਹਿੰਦੇ ਆਰਜ਼ੀ ਤੌਰ 'ਤੇ ਲੱਗੇ ਹੁੰਦੇ ਨੇ। ਕੰਤੀਏਰੇ ਯਾਨੀ ਕਿ ਕੰਮ ਹੋਣਾ, ਜਦੋਂ ਕੰਮ ਹੁੰਦਾ ਰੋਡ 'ਤੇ ਪੀਲਾ ਸਿਗਨਲ ਮਿਲਦਾ। ਜਿਹੜੇ ਆਰਜ਼ੀ ਹੁੰਦੇ ਨੇ ਜਾਂ ਰੋਡ 'ਤੇ ਕੰਮ ਹੁੰਦਾ ਉਹ ਪੀਲਾ ਬੈਕਗਰਾਊਂਡ ਉਹਨਾਂ ਦਾ ਪੀਲਾ ਹੁੰਦਾ, ਜਲ ਹੁੰਦਾ, ਠੀਕ ਹੈ। ਪ੍ਰੀਆਵੀਜ਼ੋ ਦੀ ਲਾਹੌਰ ਪਹਿਲਾਂ ਤੋਂ ਦੱਸਦਾ ਕਿ ਰੋਡ 'ਤੇ ਕੰਮ ਹੋ ਰਿਹਾ। ਇਹ ਵੀ ਹੁਣ ਦੱਸ ਰਿਹਾ ਹੈ ਕਿ ਪ੍ਰੀਆਵੀਜ਼ੋ ਦੀ ਸੀਮਾਫੋਰੋ ਟੈਂਪੋਰਾਨੀ ਯਾਨੀ ਕਿ ਅੱਗੇ ਆਰਜ਼ੀ ਤੌਰ 'ਤੇ ਸਿਗਨਲ ਲੱਗੇ ਆ ਮਾਮੂਲੀ ਟਾਈਮ ਵਾਸਤੇ, ਕੁਛ ਦਿਨਾਂ ਵਾਸਤੇ ਜਾਂ ਕੁਛ ਹਫ਼ਤਿਆਂ ਵਾਸਤੇ, ਠੀਕ ਹੈ। ਪਰਮਾਨੈਂਟ ਨਹੀਂ ਲੱਗੇ ਆ, ਠੀਕ ਹੈ। ਅੱਛਾ ਜੀ,
ਇਹ ਹੁਣ ਦੱਸ ਰਿਹਾ ਹੈ ਕਿ segnali complementari degli attori normali di margine per destra। ਇਹ ਹੁਣ ਸਿਗਨਲ ਸਾਨੂੰ ਦੱਸਦਾ ਹੈ, ਇਹ ਹੁਣ segnali complementari ਨੇ, ਠੀਕ ਹੈ। ਅਤੇ ਇਹ ਹੁਣ ਦੱਸਦੇ ਨੇ ਕਿ ਸਾਨੂੰ ਅਸੀਂ ਕਿਹੜੀ ਪੋਜੀਸ਼ਨ ਵਿੱਚ ਹਾਂ, ਕਿੱਥੇ ਆਵਾਂ ਕਿੱਥੇ ਨਹੀਂ, ਕੀ ਸਿਸਟਮ ਹੈ। ਇਹ ਹੁਣ ਸਾਨੂੰ ਮਿਲਦਾ, ਤਾਂ ਸਾਨੂੰ ਆਟੋਮੈਟਿਕ ਜ਼ੇਨ 'ਚ ਆਉਣਾ ਚਾਹੀਦਾ ਕਿ ਸਾਡਾ ਰੋਡ ਦੋ ਤਰਫਾ ਹੈ। ਸੱਜੀ ਸਾਈਡ ਵਾਲੀ ਸਾਈਡ 'ਤੇ ਯਾਨੀ ਕਿ ਬੰਕੀਨਾ ਪੈਰੀਕਲੋਜ਼ਾ ਹੈ, ਇਸ ਤੋਂ ਜ਼ਿਆਦਾ ਤੁਸੀਂ ਸੱਜੀ ਸਾਈਡ 'ਤੇ ਹੋਰ ਜ਼ਿਆਦਾ ਨਹੀਂ ਜਾਣਾ ਹੈ। ਇਹ ਨਹੀਂ ਦੱਸਦਾ ਪਿਆ ਸਿਗਨਲ ਕਿ ਬੰਕੀਨਾ ਪੈ, ਇਹ ਰੈੱਡ ਲਾਈਟ ਦੱਸਦੀ ਕਿ ਇੱਥੋਂ ਲੈ ਕੇ ਅਤੇ ਇੱਥੇ ਤੱਕ ਸਾਡਾ ਮਾਰਜਿਨ ਹੈ। ਅਸੀਂ ਇਹਨਾਂ ਦੋਨਾਂ ਦੇ ਵਿਚਕਾਰ ਗੱਡੀ ਚਲਾਉਣੀ। ਇੱਕ ਜਾਣਾ ਅਸੀਂ ਸੱਜੀ ਸਾਈਡ 'ਤੇ, ਜੋ ਅਸੀਂ ਜਾ ਰਹੇ ਹਾਂ ਸਾਨੂੰ ਲਾਲ ਬੱਤੀ ਮਿਲਦੀ। ਇਸੇ ਤਰ੍ਹਾਂ ਲਾਲ ਬੱਤੀ ਦੀ ਦੂਸਰੀ ਸਾਈਡ 'ਤੇ ਚਿੱਟੀ ਬੱਤੀ ਹੁੰਦੀ ਹੈ। ਲਾਲ ਬੱਤੀ ਦੀ ਪਿਛਲੀ ਸਾਈਡ 'ਤੇ ਚਿੱਟੀ ਬੱਤੀ। ਇਹ ਹੁਣ ਚਿੱਟੀ ਬੱਤੀ ਖੱਬੀ ਸਾਈਡ 'ਤੇ ਜਿਹੜੀ ਦੇਲੀਆਂ ਤੋਰੀ ਹੈ, ਇਹ ਚਿੱਟੀ ਬੱਤੀ ਦੀ ਪਿਛਲੀ ਸਾਈਡ 'ਤੇ ਲਾਲ ਬੱਤੀ ਹੈ। ਜਿਸ ਟਾਈਮ ਅਸੀਂ ਜਾ ਰਹੇ ਹੁੰਦੇ ਸਾਨੂੰ ਸੱਜੀ ਸਾਈਡ 'ਤੇ ਲਾਲ ਬੱਤੀ ਨਜ਼ਰ ਆਉਂਦੀ ਹੈ, ਸਾਨੂੰ ਪਤਾ ਹੁੰਦਾ ਕਿ ਅਸੀਂ ਆਪਣੀ ਡਾਇਰੈਕਸ਼ਨ ਨਾਲ ਜਾ ਰਹੇ ਹਾਂ, ਠੀਕ ਹੈ। ਅਤੇ ਖੱਬੀ ਸਾਈਡ 'ਤੇ ਸਾਨੂੰ ਚਿੱਟੀ ਬੱਤੀ ਨੇ। ਇਹ ਦੋ ਤਰਫਾ ਆਮਦਰਫਤ ਹੋਵੇ ਤਾਂ ਉੱਥੇ ਦੇਲੀਆਂ ਤੋਰੀ ਹੁੰਦੀ ਹੈ। ਜਿੱਥੇ ਇੱਕ ਤਰਫਾ ਆਮਦਰਫਤ ਹੋਵੇ ਯਾਨੀ ਕਿ ਰੋਡ 'ਤੇ ਸਿਰਫ ਇੱਕੋ ਸਾਈਡ 'ਤੇ ਅਸੀਂ ਜਾ ਰਹੇ ਹਾਂ ਜਾਂ ਉੱਧਰੋਂ ਆ ਰਹੇ ਹਾਂ, ਉਹਦੇ 'ਤੇ ਇਹ ਮਿਲਦੇ, ਉਹਦੇ 'ਤੇ ਇਹ ਸਾਨੂੰ ਪਤਾ ਲੱਗਦਾ ਕਿ ਅਸੀਂ ਇੱਕ ਤਰਫਾ ਆਮਦਰਫਤ ਇਸ ਰੋਡ 'ਤੇ, ਠੀਕ ਹੈ। ਇਹ ਹੁਣ ਸਾਨੂੰ ਗੈਲਰੀ 'ਚ ਮਿਲਦੀ ਹੈ, ਠੀਕ ਹੈ। ਤੰਗ ਗੈਲਰੀ ਹੋਵੇ, ਗੈਲਰੀ ਉਂਝ ਵੀ ਤੰਗ ਹੀ ਹੁੰਦੀ ਹੈ, ਐਡੀ ਖੁੱਲੀ ਗੈਲਰੀ ਕੋਈ ਵੀ ਨਹੀਂ ਹੁੰਦੀ। ਅੱਛਾ, ਇਹ ਹੁਣ ਪਹਾੜਾਂ 'ਤੇ ਸਾਨੂੰ ਰੋਡ ਮਿਲਦਾ ਹੈ। ਬਾਜ਼ਕਤ ਬਰਫ਼ ਦੀ ਸੂਰਤ ਵਿੱਚ ਰੋਡ 'ਤੇ ਬਰਫ਼ ਪੈ ਜਾਂਦੀ ਹੈ, ਸਾਨੂੰ ਨਹੀਂ ਪਤਾ ਲੱਗਦਾ। ਸਾਨੂੰ ਦੇਲੀਆਂ ਤੋਰੀ ਦੱਸਦੀ ਕਿ ਇੱਥੇ ਰੋਡ ਹੈ ਇੱਕ ਨੇੜੇ ਦੇ ਨੇੜੇ, ਠੀਕ ਹੈ। ਅੱਛਾ ਜੀ, ਇਹ ਹੁਣ ਦੇਲੀਆਂ ਤੋਰੀ ਦੀ ਕੂਰਵਾ ਸਥਿਰਤਾ ਦੀ ਤੁਰਨਾਂਤ ਆਂਦਾ, ਇਹ ਜਿੱਧਰ ਨੂੰ ਹੈ ਵੇ ਅਤੇ ਤੰਗ ਮੋੜ ਹੈ। ਇਹ ਦੇਲੀਆਂ ਤੋੜੀ ਸਾਨੂੰ ਦੱਸ ਰਹੀ ਕਿ ਅੱਗੇ ਹੁਣ ਤੰਗ ਮੋੜ ਹੈ। ਇਹ ਨਹੀਂ ਦੱਸਦੀ ਵੀ ਕਿ ਕੂਰਵਾ ਪੈਰੀਕਲੋਜ਼ਾ ਆਂਦਾ ਕਿ ਤੰਗ ਮੋੜ ਇੱਧਰੋਂ ਜਿੱਧਰ ਨੂੰ ਇਹ ਜਾ ਰਹੀ ਹੈ, ਠੀਕ ਹੈ। ਇਹ ਉਤਲੇ ਸਿਗਨਲ ਨੂੰ ਥਰਲਾ ਸਿਗਨਲ ਨਹੀਂ ਸਮਝਣਾ ਹੈ, ਥਰਲੇ ਸਿਗਨਲ ਨੂੰ ਉਤਲਾ ਸਿਗਨਲ ਨਹੀਂ ਥਰਲਾ ਪੈਰੀਕਲੋਜ਼ ਹੈ, ਠੀਕ ਹੈ। ਇਹ ਉਤਲੇ ਕੰਪਲੀਮੈਂਟਰੀ ਨੇ, ਠੀਕ ਹੈ। ਇਹ ਇਹਨਾਂ ਦੀ ਹੋਰ ਚੀਜ਼, ਇਹ ਖਤਰੇ ਵਾਲੇ ਨੇ। ਇਹ ਸਾਨੂੰ ਸਿਰਫ ਦੱਸਦੇ ਨੇ ਕਿ ਇਹ ਮੋੜ ਦੇ ਉੱਤੇ ਬਿਲਕੁਲ ਲੱਗਿਆ ਹੁੰਦਾ, ਦੱਸਦਾ ਕਿ ਇੱਧਰ ਨੂੰ ਮੋੜ ਹੈ ਸਾਡਾ, ਠੀਕ ਹੈ। ਇਹ ਸਾਨੂੰ ਦੱਸਦਾ 150 ਮੀਟਰ ਪਹਿਲੇ ਕਿ ਇੱਥੋਂ ਹੁਣ ਸਾਡਾ ਅੱਗੋਂ ਸਾਨੂੰ 150 ਮੀਟਰ ਬਾਅਦ ਮੋੜ ਸ਼ੁਰੂ ਹੋ ਜਾਣਾ, ਠੀਕ ਹੈ। ਉਤਲਾ ਦੱਸਦਾ ਕਿ ਇਹ ਹੁਣ ਮੋੜ ਅਸੀਂ ਮੋੜ ਰਹੇ ਹਾਂ ਤਾਂ ਇੱਧਰ ਨੂੰ ਅਸੀਂ ਜਾਣਾ ਹੈ, ਠੀਕ ਹੈ। ਅੱਛਾ ਜੀ, ਅੱਗੇ ਆ ਗਏ segnalazione semafori 'ਚ ਟ੍ਰੈਫਿਕ ਸਿਗਨਲ ਵਾਲੇ। ਇਹ ਹੁਣ ਟ੍ਰੈਫਿਕ ਸਿਗਨਲ ਵਾਲੇ ਇਹਨੂੰ ਇਹ ਵੀ ਟ੍ਰੈਫਿਕ ਸਿਗਨਲ ਨੂੰ ਆਉਂਦੇ ਨੇ ਇਟਾਲੀਅਨ ਜ਼ਬਾਨ 'ਚ ਸੇਮਾਫੋਰੋ ਲੂਚੇ ਰੋਜ਼ਾ ਦਿਲ ਸੇਮਾਫੋਰੋ। ਲਾਲ ਬੱਤੀ ਆਉਂਦੀ ਹੈ ਕਿ ਰੁਕ ਜਾਓ, ਠੀਕ ਹੈ। ਲੂਚੇ ਵੇਰ ਦੇ ਸੇਮਾਫੋਰੋ ਹਰੀ ਬੱਤੀ ਆਉਂਦੀ ਹੈ ਕਿ ਤੁਸੀਂ ਜਾ ਸਕਦੇ ਹੋ। ਸਾਨੂੰ ਵੀਆ ਲੀਬਰਾ ਯਾਨੀ ਕਿ ਸਾਡੇ ਵਾਸਤੇ ਰਾਹ ਖੁੱਲ੍ਹੇ, ਸਿੱਧਾ ਸੱਜੇ ਖੱਬੇ ਅਸੀਂ ਜਾ ਸਕਦੇ ਹਾਂ, ਠੀਕ ਹੈ। ਪੀਲੀ ਬੱਤੀ ਆਉਂਦੀ ਹੁੰਦੀ ਹੈ ਹਮੇਸ਼ਾ ਕਿ ਤੁਸੀਂ ਰੁਕ ਜਾਓ, ਕੋਸ਼ਿਸ਼ ਕਰੋ ਰੁਕ ਜਾਓ। ਅਗਰ ਤੁਸੀਂ ਉਹਨੂੰ ਰੁਕਣ ਦੀ ਕੰਡੀਸ਼ਨ ਵਿੱਚ ਹੈ ਹੋ ਤਾਂ ਰੁਕ ਜਾਓ, ਅਦਰਵਾਈਜ਼ ਤੁਸੀਂ ਗੁਜ਼ਰ ਜਾਓ। ਉਹ ਨਾ ਹੋਵੇ ਤੁਸੀਂ ਇੱਕ ਬ੍ਰੇਕ ਲਾਓ ਅਤੇ ਤੁਹਾਡੀ ਬ੍ਰੇਕ ਚੌਂਕ ਦੇ ਵਿਚਕਾਰ ਜਾ ਕੇ ਲੱਗੇ, ਨਹੀਂ। ਇਹ ਕੰਮ ਨਹੀਂ ਕਰਨਾ, ਨਾ ਹੀ ਇੰਝ ਸਿਚੁਏਸ਼ਨ ਕ੍ਰੀਏਟ ਕਰਨੀ ਹੈ। ਅਗਰ ਅਸੀਂ ਸਮਝਦੇ ਹਾਂ ਕਿ ਅਸੀਂ ਗੱਡੀ ਰੋਕਣ ਦੀ ਪੋਜੀਸ਼ਨ ਵਿੱਚ ਹੈ ਹਾਂ, ਅਸੀਂ ਲੀਨੀਆ ਤਰਾਸਵੇਰਸਾਲੇ ਤੋਂ ਪਹਿਲੇ ਅਸੀਂ ਗੱਡੀ ਰੋਕ ਲੈਂਦੇ ਹਾਂ। ਲੀਨੀਆ ਤਰਾਸਵੇਰਸਾਲੇ ਉਹ ਲੈਨ ਹੈ ਜਿਹਦੇ ਉੱਤੇ ਅਸੀਂ ਰੁਕਣਾ ਹੁੰਦਾ, ਇੱਕ ਲੈਨ ਲੱਗੀ ਹੁੰਦੀ ਹੈ, ਉਸ ਤੋਂ ਪਹਿਲੇ ਅਸੀਂ ਰੁਕਣਾ ਹੁੰਦਾ। ਚੌਂਕਾਂ 'ਚ ਨਾ ਹਰ ਰੋਡ ਦੇ ਅੱਗੇ ਇੱਕ ਲੈਨ ਲੱਗੀ ਹੁੰਦੀ ਹੈ, ਤਾਂ ਕਿ ਚੌਂਕ 'ਚ ਇੰਟਰ ਹੋਣ ਤੋਂ ਪਹਿਲੇ ਅਸੀਂ ਜਦੋਂ ਰੁਕਣ ਦੀ ਜ਼ਰੂਰਤ ਪਏ ਲੈਨ ਤੋਂ ਪਹਿਲੇ ਰੁਕਣਾ। ਅਗਰ ਲੈਨ ਕ੍ਰਾਸ ਕਰ ਲਈ ਫਿਰ ਅਸੀਂ ਨਿਕਲ ਜਾਣਾ ਹੈਗਾ, ਫਿਰ ਅਸਾਂ ਨਹੀਂ ਰੁਕਣਾ ਹੈ, ਠੀਕ ਹੈ। ਫਿਰ ਜਿੰਨੀ ਛੇਤੀ ਹੋ ਸਕਦਾ ਅਸੀਂ ਚੌਂਕ ਨੂੰ ਲੀਬਰਾਰੇ ਕਰਨਾ, ਅਸੀਂ ਜ਼ੁਗੰਬਰਾਰੇ ਕਰ ਲੈਣਾ, ਆਪਣੀ ਗੱਡੀ ਨੂੰ ਹਟਾ ਲੈਣਾ। ਲੀਬਰਾਰੇ ਕਰਨਾ ਯਾਨੀ ਕਿ ਚੌਂਕ ਨੂੰ ਅਸੀਂ ਫਰੀ ਕਰ ਛੱਡਣਾ, ਖਾਲੀ ਕਰ ਛੱਡਣਾ, ਠੀਕ ਹੈ। ਲੂਚੇ ਜਾਲਾ ਲੰਬੇ ਜਾਣ ਦੇ ਸੇਮਾਫੋਰੋ, ਠੀਕ ਹੈ। ਇਹ ਉਹਨਾਂ ਦੀ ਨਹੀਂ semaphori veicolari è possibile trovare la luce gialla lampeggiante accesa singolarmente ciò quando il verde e il rosso sono spenti। ਪੀਲੀ ਬੱਤੀ ਉਸ ਟਾਈਮ ਸਾਨੂੰ ਮਿਲਦੀ ਜਿਸ ਟਾਈਮ ਲਾਲ ਅਤੇ ਹਰੀ ਬੰਦ ਹੋਵੇ। ਅਤੇ ਇਹ ਸਿਰਫ ਕਨਫਿਊਜ਼ ਕਰਦੇ ਨੇ ਕਾਫੀ ਹੱਦ ਜਗ੍ਹਾ 'ਚ। ਜਦੋਂ ਅਸੀਂ ਇਹਨਾਂ ਦੀ ਕਨਫਿਊਜ਼ਨ ਸਮਝ ਗਏ ਨਾ ਸਾਨੂੰ ਕਿਹੜੇ ਤਰੀਕੇ ਨਾਲ ਕਨਫਿਊਜ਼ ਕਰਦੇ ਨੇ, ਐਡਾ ਮੁਸ਼ਕਿਲ ਕੋ ਨਹੀਂ ਰਹਿ ਜਾਂਦਾ ਮਗਰ, ਠੀਕ ਹੈ। ਸਿਰਫ ਇਹਨਾਂ ਦੀ ਜਿਹੜੀ ਕਨਫਿਊਜ਼ਨ ਹੈ ਨਾ ਉਹ ਮਾੜੀ ਜਿਹੀ ਸਮਝੇ ਜ਼ੇਨ 'ਚ ਬਣਾਉਣੀ, ਆਪਣੇ ਜ਼ੇਨ ਨੂੰ ਉਸ ਤਰੀਕੇ ਨਾਲ ਤਿਆਰ ਕਰ ਲਈਦਾ। ਫਿਰ ਸਾਨੂੰ ਇਹ ਕੁਛ ਨਹੀਂ ਆਉਂਦੇ ਹਨ, ਨਾ ਹੀ ਗਲਤੀਆਂ ਹੁੰਦੀਆਂ ਨੇ, ਨਾ ਹੀ ਫੇਲ ਹੁੰਦਾ ਚਾਂਸ ਹੁੰਦਾ। ਅੱਛਾ, ਕਾਜ਼ੀ ਕੋਈ ਇਹ ਕਨਸੈਂਟੀਟੋ ਉਹ ਵਜੂਹਾਤ, ਉਹ ਸਬਬ ਜਿਨ੍ਹਾਂ 'ਚ ਇਜਾਜ਼ਤ ਇਲ ਪਸਾਜੋ ਗੁਜ਼ਰਨ ਦੀ ਅਲ ਸੇਮਾਫੋਰੋ। ਇਹ ਹੁਣ ਇਹਨਾਂ ਦੀ ਵਜ੍ਹਾ ਦੱਸਦਾ ਪਿਆ, ਆਉਂਦਾ ਕਿ ਬਾਜ਼ ਦਾ ਸਿਗਨਲ ਖ਼ਰਾਬ ਹੁੰਦਾ ਅਤੇ ਅਸੀਂ ਕਿਵੇਂ ਗੁਜ਼ਰਨਾ, ਸਿਗਨਲ ਹੁੰਦਾ ਜਾਂ ਨਹੀਂ ਹੁੰਦਾ, ਫਿਰ ਅਸਾਂ ਕਿਵੇਂ ਗੁਜ਼ਰਨਾ, ਕੀ ਸਿਸਟਮ ਕਰਨਾ, ਠੀਕ ਹੈ। ਅੱਗੇ vigile ਬੰਦਾ ਇਨ ਪੋਜੀਸ਼ਨ ਦੀ ਹਾਲਤ ਯਾਨੀ ਕਿ ਆਲਤ ਪੋਜੀਸ਼ਨ ਹੈ ਜਿਸ ਟਾਈਮ ਬੰਦਾ ਹੁੰਦਾ ਇਸ ਤਰ੍ਹਾਂ। ਇਹ ਜਿਹੜੀ ਪੋਜੀਸ਼ਨ ਬਣਾਈ ਹੈ ਆਲਤ ਪੋਜੀਸ਼ਨ ਬਣਾਈ ਹੈ, ਬਾਹਾਂ ਖੁੱਲ੍ਹੀਆਂ ਨੇ,
ਅਸੀਂ ਇਮੈਜਿਨ ਕਰੋ ਸਾਡੇ ਸਾਹਮਣੇ ਬੰਦਾ ਬਾਹਾਂ ਖੋਲ੍ਹ ਕੇ ਖਲੋ ਗਿਆ ਅਤੇ ਉਹ ਸਾਨੂੰ ਕਹਿ ਰਿਹਾ ਰੁਕ ਜਾਓ, ਤੁਸੀਂ ਨਹੀਂ ਗੁਜ਼ਰ ਸਕਣਾ, ਗੁਜ਼ਰਨਾ ਤਾਂ ਮੇਰੇ ਉੱਤੋਂ ਹੀ ਲੰਘ ਕੇ ਜਾਣਾ ਜੀ, ਠੀਕ ਹੈ। ਇਹ ਹੁਣ ਲਾਲ ਬੱਤੀ ਹੈ, ਜਿਸ ਟਾਈਮ ਬੰਦਾ ਇਸ ਤਰ੍ਹਾਂ ਬਾਹਾਂ ਖੋਲ੍ਹ ਕੇ ਖਲੋਂਦਾ ਸਾਡੇ ਵਾਸਤੇ, ਅਤੇ ਇਹਦੀ ਪਰਲੀ ਸਾਈਡ ਤੋਂ ਪਿਛਲੀ ਸਾਈਡ ਤੋਂ ਜਿਨ੍ਹਾਂ ਦੇ ਅੱਗੇ ਬਾਹਾਂ ਖੁੱਲੀਆਂ ਨਜ਼ਰ ਆਉਂਦੀਆਂ ਨਾ, ਇਹਦੀ ਕੰਡ ਵਾਲੀ ਸਾਈਡ ਤੋਂ ਅਤੇ ਸੀਨੇ ਵਾਲੀ ਸਾਈਡ ਤੋਂ ਜਿਹੜੇ ਬੰਦੇ ਆ ਰਹੇ ਨੇ ਉਹਨਾਂ ਵਾਸਤੇ ਲਾਲ ਬੱਤੀ ਹੈ। ਸੱਜੀ ਸਾਈਡ ਤੋਂ ਅਤੇ ਖੱਬੀ ਸਾਈਡ ਤੋਂ ਜਿਹੜੇ ਆ ਰਹੇ ਉਹਨਾਂ ਵਾਸਤੇ ਹਰੀ ਬੱਤੀ, ਉਹ ਆ ਜਾ ਸਕਦੇ ਨੇ, ਠੀਕ ਹੈ। ਫਿਰ ਅੱਗੇ ਇਹ ਵੇਖੋ ਹੁਣ ਸੱਜੀ ਅਤੇ ਖੱਬੀ ਸਾਈਡ ਵਾਲੇ ਆ ਜਾ ਸਕਦੇ ਨੇ, ਠੀਕ ਹੈ। ਇਹ ਹੋਣਾ ਪੀਲੀ ਬੱਤੀ ਵਾਲਾ, ਯਾਨੀ ਕਿ ਜਾਂ ਤਾਂ ਤੁਸੀਂ ਰੁਕ ਜਾਓ, ਅਗਰ ਤੁਸੀਂ ਰੁਕਣ ਦੀ ਪੋਜੀਸ਼ਨ ਵਿੱਚ ਨਹੀਂ ਹੋ ਤਾਂ ਤੁਸੀਂ ਫਟਾਫਟ ਕੀ ਕਰੋ, ਚੌਂਕ ਨੂੰ ਲਿਬੇਰਾਰੇ ਕਰ ਲਓ, ਚੌਂਕ ਨੂੰ ਖਾਲੀ ਕਰ ਦਿਓ, ਸਗੋਂ ਬਰਾਰੇ ਕਰ ਲਓ, ਆਪਣੀ ਗੱਡੀਆਂ ਨੂੰ ਹਟਾ ਲਓ ਚੌਂਕ 'ਚੋਂ ਜਿੰਨੀ ਛੇਤੀ ਕੁਆਂਤੋ ਪ੍ਰੀਮਾ ਪੋਸੀਬਲ ਹੈ, ਜਿੰਨੀ ਛੇਤੀ ਮੁਮਕਿਨ ਹੋ ਸਕਦਾ ਹੈ, ਠੀਕ ਹੈ। ਅੱਛਾ ਜੀ, ਇਹ ਹੁਣ ਅੰਗੋਲੋ ਰੇਤੋ, ਇਹਦਾ ਹੁਣ ਇੱਕ ਤੁਸੀਂ ਕੁਲੀਆ ਜ਼ੇਨ 'ਚ ਰੱਖਣਾ ਹੈ, ਜਿੱਧਰ ਨੂੰ ਵੀ ਬੰਦਾ ਮੂੰਹ ਕਰਕੇ ਖਲੋਤੇ ਹੋਵੇ ਨਾ, ਇਹਨੇ ਅੰਗੋਲੋ ਰੇਤੋ ਯਾਨੀ ਕਿ 90 ਦਾ ਜ਼ਾਵੀਆ ਬਣਾਇਆ ਹੋਵੇ ਨਾ, ਵੇਖੋ ਨਾ ਇਹਨੂੰ, ਅਗਰ ਤੁਸੀਂ ਮਾੜਾ ਜ਼ੇਨ ਲੜਾਓ ਤਾਂ ਇਹਨੇ 90 ਦਾ ਜ਼ਾਵੀਆ ਬਣਾਇਆ, ਠੀਕ ਹੈ। ਅਗਰ ਤੁਹਾਨੂੰ ਜ਼ਾਵੀਆ ਦਾ ਪਤਾ ਹੋਵੇ ਜਾਂ ਜਿਸ ਵਕਤ ਇਹ 90 ਦੇ ਜ਼ਾਵੀਏ 'ਚ ਇੱਕ ਬਾਂਹ ਇਹਨੇ ਆਪਣੀ ਫਰੰਟ ਵਾਲੀ ਸਾਈਡ ਨੂੰ ਕੀਤੀ ਅਤੇ ਇੱਕ ਇਹਨੇ ਆਪਣੀ ਬਾਂਹ ਖੱਬੀ ਸਾਈਡ ਨੂੰ ਕੀਤੀ ਹੈ, ਠੀਕ ਹੈ। ਇਹ ਹੁਣ ਸਾਰੀਆਂ ਵਾਸਤੇ ਲਾਲ ਬੱਤੀ ਹੈ, ਸਿਰਫ ਇੱਕ ਵਾਸਤੇ ਹਰੀ ਬੱਤੀ ਹੈ, ਕਿਹੜੀ? ਜਿੱਧਰ ਨੂੰ ਇਹਨੇ ਖੱਬਾ ਹੱਥ ਕੀਤਾ ਹੋਣਾ ਨਾ, ਉੱਧਰੋਂ ਬੰਦੇ ਇਹਦੇ ਵਾਲੀ ਸਾਈਡ ਵੱਲ ਨੂੰ ਆ ਸਕਦੇ ਨੇ, ਠੀਕ ਹੈ। ਤੁਹਾਨੂੰ ਅਗਰ ਨਹੀਂ ਸਮਝ ਆਈ ਨਾ, ਤੁਸੀਂ ਕੀ ਕਰੋ, ਅੰਗੁਲੋ ਰੇਤੋ ਬਣਾ ਕੇ ਆਪਣਾ ਸੱਜਾ ਹੱਥ ਸਿੱਧਾ ਆਪਣੇ ਚਿਹਰੇ ਵਾਲੀ ਸਾਈਡ 'ਤੇ ਸਿੱਧਾ ਵੇਖ ਕੇ ਅਤੇ ਖੱਬਾ ਹੱਥ ਆਪਣੀ ਖੱਬੀ ਸਾਈਡ ਵਾਲੀ ਕਰਕੇ ਖੱਬੀ ਸਾਈਡ ਤੋਂ ਆਪਣੇ ਹੱਥ ਨੂੰ ਜਿਸ ਤਰ੍ਹਾਂ ਅਸੀਂ ਬੰਦੇ ਨੂੰ ਇਸ਼ਾਰਾ ਕਰਨੇ ਕਿ ਆ ਜਾ ਤੂੰ ਲੰਘ ਗਿਆ, ਅਤੇ ਉਹ ਸਿਚੁਏਸ਼ਨ ਅਪਲਾਈ ਹੁੰਦੀ ਹੈ, ਠੀਕ ਹੈ। ਖੱਬੀ ਸਾਈਡ ਤੋਂ ਯਾਨੀ ਕਿ ਤੂੰ ਆ ਜਾ ਲੰਘ ਗਿਆ, ਠੀਕ ਹੈ। ਉਹਦੇ ਵਾਸਤੇ ਹਰੀ ਹੈ, ਬਾਕੀ ਸਾਰਿਆਂ ਵਾਸਤੇ ਲਾਲ ਹੈ, ਠੀਕ ਹੈ। ਅੱਛਾ ਜੀ, ਅੱਗੇ ਆਈਓ, ਇਹ ਆ ਗਿਆ ਚੌਂਕ, ਸੋਰੀ ਇਹ ਆ ਗਿਆ ट्रैक कैरी जाता आ गया, कैरी जाते जे स्त्रिशा बियांका डिसकंटिन्यू कैरी जाता है, कैरी जाते जे डिसकंटिन्यू लाइन, डिसकंटिन्यू लाइन का मतलब है कि असी टुटी लाइन की परली साइड ते जा सकते हैं, उरली साइड ते आ सकते हैं, ठीक है। परां जा के परले कैरी सॉरी ट्रैक च जाके असी ओवरटेक कर सकते हैं, ठीक है। असी टुटी लाइन नूं क्रॉस कर सकते हैं, असी सुपेरारे कर सकते हैं, जी दूसरी साइड ते जा सकते हैं, ठीक है। जिस वक्त लाइन लीनियर कंटिन्यू होएगी फिर असी नहीं क्रॉस कर सकते हैं, ठीक है। अच्छा, यह हुण की आख रहा ऊज़ कुरेतो दिला सतरा रोड नूं असी करैक्ट तौर पर सही तरीके नाल किवें इस्तेमाल करने हैं उहदे बारे डिटेल दसी है, ठीक है। फिर अगों दा comportamento रवैया के costituiscono यानी कि कंस्ट्रक्शन करना, यानी कि किसी चीज़ नूं बनाना, पैदा करना। पैरी कोलो यानी कि रवैया केड़ा रखना, जिहड़ा तुसीं पैरी कोलो ना तुसीं पैरी कोलो पैदा करो, इस तरह का रवैया रखना कि तुहाडे कोल ना कोई खतरा पैदा होवे, ठीक है, ना कोई रुकावट पैदा होवे। comportamenti रवैया के costituiscono ਜਿਹੜੀਆਂ ਬਣਾਉਂਦੀਆਂ ਨੇ ਪੈਰੀ ਕੋਲੋਂ ਖਤਰਾ, ਉਹ ਇੰਤਰਾਲ 'ਚੋਂ ਜਿਹੜੀਆਂ ਰੁਕਾਵਟ, ਇੰਤਰਾਲ 'ਚ ਯਾਨੀ ਕਿ ਇੰਟਰਲਾਕ ਨਹੀਂ, ਜਿਸ ਤਰ੍ਹਾਂ ਹੁੰਦਾ इंटरलॉक यानी कि इंट्री लॉक इंट्री मन है, ठीक है। per la circolazione आमदोरफ्त के लिए। अच्छा, इन caso o वजूहात दी traffico intenso, इन caso दी traffico intenso यानी कि ज़्यादा ट्रैफिक रश की सूरत की वजह बन सकती है, की सिस्टम हो सकता है, साड़ियाँ गड्डियाँ रोक सकती हैं, की सिस्टम असां की कंपोर्टामेंटो करना है, असी टोलरेंट रखना, सबर रखना, ठीक है। ते evitare करना है, suonare il clacson per invitare i veicoli che lo precedono accelerare la andatura, यानी कि असी किसी ਨੂੰ ਹਾਰਨ ਮਾਰ ਕੇ ਨਹੀਂ ਕਹਿਣਾ ਕਿ ਅਗਲੇ ਆ ਬਈ ਫਟਾਫਟ ਅਗਲਾ ਖੁਦ ਰੁਕੇ ਆ, ਅਸੀਂ ਵੀ ਰੁਕੇ ਹਾਂ, ਸਾਡੇ ਤੋਂ ਪਿੱਛੇ ਵੀ ਰੁਕੇ ਨੇ, ਲਾਈਨ ਬਣੀ ਹੈ, ਕਿਉਂਕਿ ਕਾਜ਼ੋ ਦੀ ਟ੍ਰੈਫਿਕ ਇੰਟੈਂਸੋ 'ਚ ਅਸੀਂ ਫਸ ਗਏ ਹਾਂ, ਠੀਕ ਹੈ। ਜ਼ਿਆਦਾ ਰਸ਼ 'ਚ ਅਸੀਂ ਫਸ ਗਏ ਹਾਂ ਅਤੇ ਇਸ ਕਰਕੇ ਸਾਨੂੰ ਸਬਰ ਨਾਲ ਕੰਮ ਲੈਣਾ ਚਾਹੀਦਾ, ਠੀਕ ਹੈ। ਕਾਹਲੀ ਨਹੀਂ ਕਰਨੀ, ਅਸੀਂ ਆਪਣੇ ਟਰੈਕ 'ਚੋਂ ਇੱਧਰ ਨਿਕਲੀਏ ਤੇ ਬੇਤਰਤੀਬੀ ਨਹੀਂ ਪੈਦਾ, ਅਸੀਂ ਆਪਣੇ ਟਰੈਕ 'ਚ ਸਿੱਧੇ ਹੀ ਜਾਣਾ, ਠੀਕ ਹੈ। ਸਲੀਤਾ ਉਹ ਦਸ਼ੀਜ਼ਾ ਦੀ ਉਹਨੂੰ ਪਾਸੇਜੇਰੋ ਯਾਨੀ ਕਿ ਉਹ ਬੰਦਾ ਜਿਹਨੂੰ ਅਸੀਂ ਬਿਠਾਉਣਾ, ਪਾਸੇਜੇਰੋ ਮੁਸਾਫਰ ਨੂੰ ਅਸੀਂ ਬਿਠਾਉਣਾ ਕਿਵੇਂ, ਗੱਡੀ 'ਚ ਚਾੜ੍ਹਨਾ ਕਿਵੇਂ, ਉਹਨੂੰ ਉਤਾਰਨਾ ਕਿਵੇਂ, ਇਹ ਨਹੀਂ ਕਿ ਅਸੀਂ ਚੁੱਕ ਕੇ ਚਾੜ੍ਹਨਾ ਜਾਂ ਲਾਉਣਾ, ਨਹੀਂ। ਉਹ ਕਹਿ ਰਿਹਾ ਕਿ ਅਸੀਂ ਕਿਹੜੀ ਥਾਂ 'ਤੇ ਗੱਡੀ ਰੋਕ ਸਕਦੇ ਹਾਂ, ਕਿੱਥੇ ਨਹੀਂ ਰੋਕ ਸਕਦੇ, ਕਿਹੜੀਆਂ ਜਗ੍ਹਾ 'ਤੇ ਅਸੀਂ ਬੰਦੇ ਉਤਾਰ ਸਕਦੇ ਹਾਂ, ਕਿੱਥੇ ਅਸੀਂ ਬੰਦੇ ਨਹੀਂ ਉਤਾਰ ਸਕਦੇ।
Guida di un veicolo a de elevate prestazioni comportamento di passaggi livelli। ਅੱਛਾ, ਇਹ ਸਿਰਫ ਅਸੀਂ ਮਾੜਾ ਜਿਹਾ ਇੰਟਰੋਡਕਸ਼ਨ ਕਰ ਰਹੇ ਹਾਂ ਇਹਦੇ ਵਿੱਚ ਹੈ ਕੀ ਚੀਜ਼ਾਂ ਨੇ। ਰੈਗੂਲੇਸ਼ਨ della velocità, ਸਪੀਡ ਨੂੰ ਹੀ ਬਕਾਇਦਾ ਰੱਖਣਾ, ਠੀਕ ਹੈ। ਜੋ ਸਾਨੂੰ ਸਪੀਡਾਂ ਉਹਨੇ ਦੱਸੀਆਂ ਨੇ ਉਹੀ ਅਸੀਂ ਕਰਨੀਆਂ ਨੇ। ਇਹ ਹੁਣ ਇਹਦੇ 'ਚ ਇਹਨਾਂ ਦੱਸੀਆਂ ਨੇ। ਮਾਕੀਨੇ ਐਗਰੀਕੋਲੇ ਜਿਹੜੇ ਨੇ 40 ਦੀ ਸਪੀਡ, ਚਿਕਲੋਮੋਤੋਰੀ ਦੀ 45 ਦੀ, ਕੁਆਦਰਚਿਕਲੀ ਮੋਟੋਰੇ ਜਿਹੜੀ ਹੁੰਦੀ 64 ਟਾਇਰਾਂ ਵਾਲੀ ਉਹਦੀ 80 ਦੀ ਸਪੀਡ। ਮਾਕੀਨੇ ਐਗਰੀਕੋਲੇ ਟਰੈਕਟਰ ਜਾਂ ਉਹ ਚੀਜ਼ਾਂ ਜਿਹੜੀਆਂ ਐਗਰੀਕਲਚਰ ਵਿੱਚ ਇਸਤੇਮਾਲ ਹੁੰਦੀਆਂ ਉਹਨਾਂ ਦੀ 40 ਦੀ ਸਪੀਡ ਹੁੰਦੀ ਹੈ, ਠੀਕ ਹੈ। ਚਿਕਲੋਮੋਤੋਰੀ ਯਾਨੀ ਕਿ ਮੋਟਰਸਾਈਕਲ ਤੋਂ ਛੋਟੀ ਹੁੰਦੀ ਹੈ। ਚਿਕਲੋਮੋਤੋਰੀ ਇੱਕ ਛੋਟੀ ਮੋਟਰਸਾਈਕਲ ਜਿਹਦਾ 50 cc ਇੰਜਨ ਹੋਵੇ ਅਤੇ ਉਹਦੀ 45 ਦੀ ਸਪੀਡ ਹੋਵੇ, ਉਸ ਮੋਟਰਸਾਈਕਲ ਨੂੰ ਜਾਂ ਉਸ ਗੱਡੀ ਨੂੰ ਅਸੀਂ ਕਹਾਂਗੇ ਚਿਕਲੋਮੋਤੋਰੀ। ਇਟਾਲੀਅਨ ਜ਼ਬਾਨ ਹੈ। ਪਾਕਿਸਤਾਨ 'ਚ ਅਸੀਂ ਮੋਟਰਸਾਈਕਲ ਕਹਿ ਲੈਂਦੇ ਜੋ ਵੀ ਕਹਿ ਲੈਂਦੇ। ਇੱਥੇ ਹੁਣ ਇਹਨਾਂ ਇੱਕ ਹੱਦਬੰਦੀ ਰੱਖੀ ਹੈ ਕਿ ਇੰਨੀ ਸਪੀਡ ਹੋਵੇ, ਇੰਨੀ ਲਿਮਿਟ ਹੋਵੇ, ਇੰਨੀ ਇਹਦੇ 'ਚ ਪਾਵਰ ਹੋਵੇ ਅਤੇ ਇਹ ਗੱਡੀ ਦਾ ਅਸੀਂ ਇਹ ਨਾਮ ਦੇਣਾ। ਫਿਰ ਅਸੀਂ ਗੱਡੀ ਨੂੰ ਅਗਰ 45 ਦੀ ਸਪੀਡ ਹੈ ਅਤੇ ਉਹਦੇ 'ਚ 50 cc ਇੰਜਨ ਹੈ, 45 ਦੀ ਸਪੀਡ 50 cc ਇੰਜਨ, ਉਹਨੂੰ ਅਸੀਂ ਕਹਾਂਗੇ ਚਿਕਲੋਮੋਤੋਰੀ। ਅਗਰ ਉਹਦੇ 3 ਟਾਇਰ ਨਹੀਂ ਕਹਾਂਗੇ ਚਿਕਲੋਮੋਤੋਰੀ ਜਾਂ 3 ਰੂਤੇ, ਯਾਨੀ ਕਿ ਉਹਦੇ 3 ਟਾਇਰ ਨੇ। ਅੱਛਾ, ਕੁਆਦਰਚਿਕਲੀ ਮੋਟੋਰ ਹੈ 64 ਟਾਇਰਾਂ ਵਾਲੀ ਅਤੇ ਮੋਟਰ ਵਾਲੀ, ਲੇਕਿਨ ਉਹ ਆਊਟੋਵੇਤੂਰਾ ਨਹੀਂ ਹੈ, ਉਹ ਹੈ ਕੁਆਦਰਚਿਕਲੀ, ਯਾਨੀ ਕਿ 64 ਟਾਇਰਾਂ ਵਾਲੀ ਇੱਕ ਮੋਟਰਸਾਈਕਲ ਟਾਇਰ ਦੀ ਹੁੰਦੀ ਜਿਹੜੇ ਅਸੀਂ ਇਹਨਾਂ 'ਚ ਭਜਾਉਂਦੇ ਨੇ ਨਾ ਅਰਬਾਂ 'ਚ, ਸ਼ਾਇਦ ਤੁਸੀਂ ਧੱਕਿਆ ਹੋਵੇ, ਰੇਤਾਂ ਦੇ ਵਿੱਚ ਭਜਾਉਂਦੇ ਨੇ, ਕੁਆਦਰਚਿਕਲੀ ਉਹਨੂੰ ਕਹਿੰਦੇ ਨੇ, ਠੀਕ ਹੈ। ਬਾਕੀ ਜਿਹੜੀਆਂ ਅਸੀਂ ਵੀਡੀਓ ਬਣਾਵਾਂਗੇ ਜਾਂ ਜਿਹੜੇ ਅਸੀਂ ਪੜ੍ਹਾਂਗੇ ਉਹਦੇ ਤੁਹਾਨੂੰ ਡਿਟੇਲ ਨਾਲ ਕੱਲੀ ਤਸਵੀਰ, ਕੱਲੀ ਚੀਜ਼, ਹਰ ਚੀਜ਼ ਤੁਹਾਨੂੰ ਈਜ਼ੀ ਸੋਹਣੇ ਤਰੀਕੇ ਨਾਲ, ਸੌਖੇ ਤਰੀਕੇ ਨਾਲ ਆਈ ਜਾਏਗੀ, ਠੀਕ ਹੈ। ਬਾਕੀ veicoli a 3,5 tonne latte autovetture carovane। ਅੱਛਾ, ਇਟਲੀ 'ਚ 4 ਸਪੀਡਾਂ ਚੱਲਦੀਆਂ ਨੇ। ਸ਼ਹਿਰ ਦੇ ਵਿੱਚ 50 ਦੀ, ਸ਼ਹਿਰੋਂ ਬਾਹਰ 70 ਜਾਂ 90, ਠੀਕ ਹੈ। ਉਸ ਤੋਂ ਬਾਅਦ ਸਟਰਾਦਾ ਐਕਸਟਰਾ ਉਰਬਾਨਾ ਪ੍ਰਿੰਸੀਪਾਲੇ ਹੁੰਦਾ, ਉਹ ਤਕਰੀਬਨ ਮੋਟਰਵੇ ਹੀ ਸਮਝ ਲਓ, ਤਕਰੀਬਨ ਮੋਟਰਵੇ ਸਮਝ ਲਓ। 100% ਵੀ ਮੋਟਰਵੇ ਸਮਝ ਲਓ ਤਾਂ ਵੀ ਕੋਈ ਮਸਲਾ ਨਹੀਂ, ਤਕਰੀਬਨ ਮੋਟਰਵੇ ਸਮਝ ਲਓ। ਉਹਦੇ 'ਚ ਹੁੰਦੀ ਹੈ 110 ਦੀ ਸਪੀਡ, ਠੀਕ ਹੈ। ਅਤੇ ਉਸ ਤੋਂ ਬਾਅਦ ਇੱਕ ਹੁੰਦਾ ਆਊਟੋਸਟਰਾਦਾ, ਹਰੇ ਰੰਗ ਦੇ ਉਹਦੇ 'ਚ ਸਮ ਸਿਗਨਲ ਮਿਲਦਾ, ਉਹਦੇ 'ਚ ਹੁੰਦੀ ਸਪੀਡ 130 ਦੀ, ਠੀਕ ਹੈ। ਫਿਰ ਇਹ ਹੁਣ ਦੱਸਦਾ ਪਿਆ ਦਿਸਤਾਂਸਾ ਦੀ ਸਿਗੁਰੇਜ਼ਾ, ਯਾਨੀ ਕਿ ਹਿਫਾਜ਼ਤੀ ਫਾਸਲਾ ਕਿਵੇਂ ਰੱਖਣਾ। ਅਗਰ ਅਸੀਂ 50 ਦੀ ਸਪੀਡ ਨੇ ਸਾਡਾ ਹਿਫਾਜ਼ਤੀ ਫਾਸਲਾ ਹੋਣਾ ਚਾਹੀਦਾ 14, ਠੀਕ ਹੈ। ਅਗਰ ਅਸੀਂ 100 ਦੀ ਸਪੀਡ 'ਤੇ ਹਾਂ ਫਿਰ ਸਾਡਾ ਤਕਰੀਬਨ 28 ਹੋਣਾ ਚਾਹੀਦਾ। ਅਗਰ ਅਸੀਂ 130 ਦੀ ਸਪੀਡ 'ਤੇ ਹਾਂ ਫਿਰ ਸਾਡਾ ਕਿੰਨਾ ਹੋਣਾ ਚਾਹੀਦਾ 36। ਅਗਰ 150 ਦੀ, ਤੁਹਾਨੂੰ ਇੱਕ ਛੋਟਾ ਜਿਹਾ ਕੁਲੀਆ ਦੱਸਣੇ ਆ। ਸਪੀਡ ਨਾ ਮਸਲਨ 50 ਦੀ, 5 ਨੂੰ 3 ਨਾਲ ਜ਼ਰਬ ਦੇ ਦਿਓ, 5 3 15, ਯਾਨੀ ਕਿ 15 ਦੇ ਨੇੜੇ ਹੋਇਆ 14 15 14, ਯਾਨੀ ਕਿ 14 15 ਨੇੜੇ ਹੀ ਹੁੰਦਾ। ਅਗਰ ਉਹਦਾ ਜਵਾਬ ਨੇੜੇ ਹੀ ਹੋਵੇ, ਮਿਸਾਲ ਦੇ ਤੌਰ 'ਤੇ 3 5 15 14 ਹੁਣ, ਠੀਕ ਹੈ। ਤਕਰੀਬਨ 14 ਠੀਕ ਹੈ। 100 ਨੂੰ 10 ਨੂੰ ਤਕਰੀਬਨ 3 ਨਾਲ ਜ਼ਰਬ ਦੇ ਜਵਾਬ ਰਲਦਾ ਮਿਲਦਾ ਹੋਵੇ ਅਤੇ ਫਿਰ ਤਕਰੀਬਨ ਠੀਕ ਹੁੰਦਾ। ਬਾਕੀ ਇੰਨਾ ਜ਼ਿਆਦਾ ਫਾਸਲਾ ਨਹੀਂ ਪਾਉਂਦੇ। ਹੁਣ 10 3 30, ਯਾਨੀ ਕਿ 28 ਮੀਟਰ, 2 ਮੀਟਰ ਘਟਾ ਲਓ, ਠੀਕ ਹੈ। 28 ਨੇੜੇ 30 ਦੇ, ਠੀਕ ਹੈ। 13 3 39, 39 'ਚੋਂ 3 ਘੱਟ ਕਰ ਲਓ, ਕਿਉਂਕਿ ਪਹਿਲੇ 'ਚੋਂ 1 ਘੱਟ ਕਰਨਾ, ਦੂਜੇ ਤੋਂ 2, ਤੀਸਰੇ 'ਚੋਂ 3, ਚੌਥੇ 'ਚੋਂ ਅਸੀਂ 4 ਘੱਟ ਕਰਨੇ, ਠੀਕ ਹੈ। ਸੋਰੀ, ਚੌਥੇ 'ਚੋਂ ਵੀ ਅਸੀਂ 13 3 39 ਅਤੇ 15 3 45, ਚੌਥੇ 'ਚ ਵੀ ਅਸੀਂ ਤਕਰੀਬਨ 3 ਹੀ ਘੱਟ ਕਰਨੇ ਨੇ। ਯਾਨੀ ਕਿ ਅਗਰ ਤੁਹਾਡਾ ਜਵਾਬ ਜ਼ਰਬੇ 3 ਦੇ ਬਰਾਬਰ ਰਲਦਾ ਮਿਲਦਾ ਹੋਵੇ ਤਕਰੀਬਨ ਠੀਕ ਹੁੰਦਾ, ਕਿਉਂਕਿ ਉੱਥੇ ਤੁਸੀਂ ਹੁਣ ਜ਼ਰਬਾਂ ਤਕਸੀਮਾਂ ਲਾਉਣ ਲੱਗੀਆਂ, ਉਹਦੇ ਵਿੱਚ ਬਹਿ ਹੋ ਇਮਤਿਹਾਨ ਦੇਣ ਲੱਗਿਆ, ਅੱਧਾ ਘੰਟਾ ਉਹਦੇ 'ਚ ਲਾ ਖੜੀ ਜ਼ਰਬਾਂ ਤਕਸੀਮਾਂ ਦੀ। ਫਿਰ ਅੱਗੇ ਸਪਾਜ਼ੀਓ ਦੀ ਫਰੇਨਾਤੂਰਾ, ਯਾਨੀ ਕਿ ਕਿੰਨੀ ਜਗ੍ਹਾ ਚਾਹੀਦੀ ਹੁੰਦੀ ਸਾਨੂੰ ਬ੍ਰੇਕ ਲਾਉਣ ਵਾਸਤੇ। ਸਪਾਜ਼ੀਓ ਤੋਂ ਤਾਲੇ ਦੀ ਰੇਸ ਤੋਂ ਕਿੰਨੀ ਸਾਨੂੰ ਜਗ੍ਹਾ ਚਾਹੀਦੀ ਹੁੰਦੀ ਹੈ ਬ੍ਰੇਕ ਲਾਉਣ ਵਾਸਤੇ, ਅਤੇ ਕਿੰਨਾ ਟਾਈਮ ਚਾਹੀਦਾ ਹੁੰਦਾ ਸਾਨੂੰ ਰਿਐਕਸ਼ਨ ਦੇਣ ਵਾਸਤੇ। ਮਿਸਾਲ ਦੇ ਤੌਰ 'ਤੇ ਅਗਰ ਅਸੀਂ ਹੁਣ ਇੱਕ ਖਤਰਾ ਅੱਗੇ ਵੇਖਿਆ ਅਤੇ ਅਸੀਂ ਬ੍ਰੇਕ ਲਾਉਣ ਦੀ ਜ਼ਰੂਰਤ ਪਈ ਹੈ, ਅਤੇ ਇਹਦਾ ਮਤਲਬ ਇਹ ਤਾਂ ਨਹੀਂ ਅਸੀਂ ਵੇਖਿਆ ਤਾਂ ਸਾਡੀ ਬ੍ਰੇਕ ਆਟੋਮੈਟਿਕ ਲੱਗ ਗਈ, ਨਹੀਂ। ਅਸੀਂ ਵੇਖਿਆ, ਸਾਡਾ ਜ਼ੇਨ ਕੰਮ ਕਰੇਗਾ, ਫਿਰ ਜ਼ੇਨ ਜਿਹੜਾ ਦਿਮਾਗ ਪੈਰ ਨੂੰ ਕਮਾਂਡ ਦੇਵੇਗਾ, ਅਤੇ ਪੈਰ ਜਿਹੜਾ ਕਲੱਚ ਤੋਂ ਚੁੱਕ ਕੇ ਅਸੀਂ ਬ੍ਰੇਕ 'ਤੇ ਲਿਆਵਾਂਗੇ, ਅਤੇ ਫਿਰ ਅਸੀਂ ਇਹਨੂੰ ਬ੍ਰੇਕ ਮਾਰਾਂਗੇ, ਠੀਕ ਹੈ। ਜਾਂ ਰੇਸ ਤੋਂ ਚੁੱਕ ਕੇ ਅਸੀਂ ਇਹਨੂੰ ਬ੍ਰੇਕ 'ਤੇ ਲਿਆਵਾਂਗੇ, ਫਿਰ ਬ੍ਰੇਕ ਮਾਰਾਂਗੇ। ਇਹ ਟੋਟਲ ਟਾਈਮ ਹੁੰਦਾ, ਇਹ ਟੋਟਲ ਸਾਨੂੰ ਕਿੰਨੀ ਜਗ੍ਹਾ ਚਾਹੀਦੀ ਹੁੰਦੀ ਹੈ ਬ੍ਰੇਕ ਮਾਰ ਕੇ ਰੁਕਣ ਵਾਸਤੇ, ਸਾਡਾ ਰਿਐਕਸ਼ਨ ਟਾਈਮ ਕਿੰਨਾ ਹੈ, ਸਾਡੇ ਕੋਲ ਟੋਟਲ ਜਗ੍ਹਾ ਕਿੰਨੀ ਹੈ, ਠੀਕ ਹੈ। ਸਾਡੇ ਕੋਲ ਹਿਫਾਜ਼ਤੀ ਫਾਸਲਾ ਟੋਟਲ ਕਿੰਨਾ, ਸਾਰੀਆਂ ਚੀਜ਼ਾਂ ਵਿੱਚ ਜ਼ਿਹਨ 'ਚ ਰੱਖੀ ਦੀਆਂ ਨੇ, ਠੀਕ ਹੈ। ਅੱਗੇ ਆਈਓ
पोजीशियोने dei veicoli sulla carreggiata। carreggiata ते गड्डियां दी किवें पोजीशन होंदी है, सज्जी साइड आह्लें सज्जे साइड ते मुड़ना होंदा है, विचकार आह्लें सिद्धे लंघ जाना, खब्बी साइड ते परां लंघ जाना। बाकी असीं पढ़ांगे, बाकी जो सानूं फ्रिज च कहणगे थल्ले असीं अग्गे चौंकां च साडा की रवैया होना चाहिदा, चौंकां च असीं किस तरीके नाल गुजरना, ठीक है। चौंकां च असीं की करना होंदा, असीं सज्जी साइड तो आने आह्ले बंदे नूं हक देना होंदा, ठीक है। कंपोर्टामेंटो vietali incroci। चौंकां च कुछ चीज़ां करनियां मना ने, ठीक है। ਉਹ ਹੁਣ ਦੱਸਦਾ ਪੈਂਦਾ ਕਿ ਚੌਂਕਾਂ 'ਚ ਅਸੀਂ ਜਾ ਕੇ ਅਗਰ ਅਸੀਂ ਸਿੱਧੇ ਜਾ ਰਹੇ ਸਿੱਧੇ ਜਾਂਦੇ ਅਸੀਂ ਯਕਦਮ ਸੱਜੇ ਖੱਬੇ ਕੋਈ ਐਸੀ ਸਟੂਪਿਡ ਹਰਕਤ ਕਰਨੀ, ਹਰ ਉਸ ਸਟੂਪਿਡ ਹਰਕਤ ਕਰਨ ਤੋਂ ਮਨਾ ਕਰਦੇ ਨੇ ਜਿਹਦੀ ਵਜ੍ਹਾ ਤੋਂ ਇੰਸੀਡੈਂਟ ਹੋਵੇ ਜਾਂ ਜਿਹੜੇ ਅਸੀਂ ਕਾਨੂੰਨ ਦੇ ਖਿਲਾਫ ਜਾਈਏ, ਠੀਕ ਹੈ। ਅਸੀਂ ਉੱਥੇ ਚੌਂਕ ਦੇ ਵਿੱਚ ਅਸੀਂ ਪਾਰਕਿੰਗ ਨਹੀਂ ਕਰ ਸਕਦੇ, ਠੀਕ ਹੈ। ਚੌਂਕ ਦੇ ਵਿਚਕਾਰ ਜਾ ਕੇ ਅਸੀਂ ਬ੍ਰੇਕ ਮਾਰ ਛੜੀ, ਚੌਂਕ ਦੇ ਵਿਚਕਾਰ ਜਾ ਕੇ ਅਸੀਂ ਇਨਵਰਜ਼ੀਓਨੇ ਦੀ ਮਾਰਚ ਆਪੇ ਕਰੀਏ ਉੱਥੇ, ਯਾਨੀ ਕਿ ਅਸੀਂ ਯੂ ਟਰਨ 'ਤੇ ਲਈਏ, ਠੀਕ ਹੈ। ਇਹ ਚੀਜ਼ਾਂ ਕਰਨੀਆਂ ਮਨਾ ਹੁੰਦੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਅਸੀਂ ਸੱਜੀ ਸਾਈਡ ਤੋਂ ਆਉਣ ਵਾਲੇ ਨੂੰ ਹੱਕ ਦੇਣਾ ਹੁੰਦਾ। ਚੌਂਕ ਦੇ ਵਿੱਚ ਅਗਰ ਸਿਗਨਲ ਲੱਗੇ ਨੇ ਸਿਗਨਲ ਨੂੰ ਫਾਲੋ ਕਰਨਾ, ਅਗਰ ਕਰਤੇਲੀ ਲੱਗੇ ਨੇ ਫਿਰ ਕਰਤੇਲੀ ਨੂੰ ਫਾਲੋ ਕਰਨਾ। ਅਗਰ ਉੱਥੇ ਕੋਈ ਬੰਦਾ ਖਲੋਤੇ ਹੈ ਫਿਰ ਅਸੀਂ ਹਰ ਸ਼ਹਿਰ ਨੂੰ ਛੱਡ ਕੇ ਅਸੀਂ ਬੰਦੇ ਦੀ ਗੱਲ ਮੰਨਣੀ ਹੈ। ਸਿਗਨਲ ਅਗਰ ਹਰਾ ਹੈ, ਬੰਦਾ ਸਾਨੂੰ ਕਹਿ ਰਿਹਾ ਰੁਕ ਜਾਓ, ਤਾਂ ਅਸਾਂ ਰੁਕ ਜਾਣਾ। ਸਿਗਨਲ ਅਗਰ ਲਾਲ ਹੈ, ਬੰਦਾ ਸਾਨੂੰ ਕਹਿ ਰਿਹਾ ਕਿ ਤੁਸੀਂ ਲੰਘ ਜਾਓ, ਅਸੀਂ ਲੰਘ ਜਾਣਾ। ਇਹ ਨਹੀਂ ਕਿ ਕੋਈ ਵੀ ਬੰਦਾ ਆਉਂਦਾ ਜਾਂਦਾ ਸਾਨੂੰ ਆਖ ਛੱਡੇ, ਨਹੀਂ। 20 ਜ਼ਿਲ੍ਹੇ ਦੀ ਟ੍ਰੈਫਿਕ ਹੋਈ, ਯਾਨੀ ਕਿ ਟ੍ਰੈਫਿਕ ਵਾਲਾ ਬੰਦਾ ਜਿਹੜਾ ਟ੍ਰੈਫਿਕ ਨੂੰ ਕੰਟਰੋਲ ਕਰ ਰਿਹਾ ਹੁੰਦਾ, ਉਹ ਅਗਰ ਸਾਨੂੰ ਜੋ ਕਹੇਗਾ ਅਸੀਂ ਉਹਦੀ ਕਮਾਂਡ 'ਤੇ ਅਮਲ ਕਰਨਾ, ਠੀਕ ਹੈ। ਅੱਗੇ ordine di precedenza, ਅਸੀਂ ਹੱਕ ਕਿਸ ਤਰੀਕੇ ਨਾਲ ਦੇਣਾ ਹੁੰਦਾ। ਇਹਦੇ 'ਚ ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਹੁਣ ਜਿਵੇਂ ਨੇ ਸੱਜਾ ਕੀਤਾ ਕਲੀਅਰ, ਸੱਜੀ ਸਾਈਡ ਤੋਂ ਕਿਹੜੀ ਗੱਡੀ ਨੂੰ ਸੱਜੀ ਸਾਈਡ ਤੋਂ ਗੱਡੀ ਨਹੀਂ ਕੱਟ ਰਹੀ ਹੈ। ਹੁਣ ਆਰ ਗੱਡੀ ਇਹਨੂੰ ਸੱਜੀ ਸਾਈਡ ਤੋਂ ਕੋਈ ਗੱਡੀ ਨਹੀਂ ਕੱਟ ਰਹੀ, ਇਹ ਸਿੱਧੀ ਲੰਘ ਜਾਏਗੀ। ਜਦੋਂ ਆਰ ਲੰਘ ਜਾਏਗੀ ਨਾ ਫਿਰ ਅਸੀਂ ਨਹੀਂ ਵੇਖਣਾ, ਫਿਰ ਅਸੀਂ ਘੜੀ ਦੀ ਸੂਈ ਵਾਂਗੂ ਘੁਮਾਉਣਾ, ਆਰ ਤੋਂ ਬਾਅਦ ਏ ਤੋਂ ਬਾਅਦ ਟੀ, ਠੀਕ ਹੈ। ਬਾਕੀ ਡਿਟੇਲ 'ਚ ਹੀ ਹਰ ਚੀਜ਼ ਪੜ੍ਹਾਂਗੇ, ਠੀਕ ਹੈ। ਇਹ ਹੁਣ ਸਰਪਾਸੋ ਕਰਨਾ ਮਨਾ ਹੈ, ਠੀਕ ਹੈ। ਬਾਕੀ ਜਿਹੜੇ ਸਿਗਨਲ ਨਾਲ ਦਿੱਤਾ ਹੋਵੇਗਾ ਨੇ ਅਸੀਂ ਸਿਗਨਲ ਵੀ ਨਾਲ ਹੀ ਪੜ੍ਹਾਂਗੇ, ਠੀਕ ਹੈ। ਉਸ ਤੋਂ ਬਾਅਦ ਫਰਮਾਤਾ ਸੋਸਤਾ ਕਰਨਾ ਮਨਾ ਹੈ। ਫਰਮਾਤਾ ਕੀ ਹੁੰਦਾ, ਗੱਡੀ ਦਾ ਮਾਮੂਲੀ ਰੁਕਣਾ। ਸੋਸਤਾ ਕੀ ਹੁੰਦਾ, ਗੱਡੀ ਨੂੰ ਪਾਰਕਿੰਗ ਕਰਨਾ। ਅਰੇਸਤੋ ਕੀ ਹੁੰਦਾ, ਪਾਰਤੇਨਜ਼ਾ ਕੀ ਹੁੰਦਾ। ਇਹ ਚੀਜ਼ਾਂ ਅਸੀਂ ਮੁਕੰਮਲ ਡਿਟੇਲ 'ਚ ਅੱਗੇ ਜਾ ਕੇ ਪੜ੍ਹਾਂਗੇ। ਆਲਤਰੀ ਪੈਰੀਕੋਲੀ ਜਾਂ ਉਹ ਚੀਜ਼ਾਂ ਜਿਨ੍ਹਾਂ ਦੇ ਬਾਰੇ ਸਾਨੂੰ ਨਹੀਂ ਪਤਾ ਹੁੰਦਾ, ਜਾਂ ਕਿਹੜੀਆਂ ਚੀਜ਼ਾਂ ਸਾਡੀ ਗੱਡੀ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ। ਗੱਡੀ 'ਚ ਇੱਕ ਜੈਕਟ ਹੋਣੀ ਚਾਹੀਦੀ ਹੈ, ਠੀਕ। ਕਾਰ 'ਤੇ ਚਿਰਕੁਲਾਸੀਓਨ ਹੋਣਾ ਚਾਹੀਦਾ, ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਇੱਕ ਕੋਨੋ ਦੀ ਮੋਬਿਲੇ ਹੋਣੀ ਚਾਹੀਦੀ, ਇੱਕ ਜੈਕਟ ਹੁੰਦੀ ਹੈ ਉਹ ਹੋਣੀ ਚਾਹੀਦੀ ਹੈ, ਠੀਕ ਹੈ। ਉਸ ਤੋਂ ਬਾਅਦ ਅਗਰ ਅਸੀਂ ਗੱਡੀ ਦੇ ਪਿਛਲੀ ਸਾਈਡ ਤੋਂ ਕੋਈ ਚੀਜ਼ ਵਧਾ ਛੱਡਦੇ ਹਾਂ, ਅਸੀਂ ਪਿੱਛੇ ਇੱਕ ਸਾਈਕਲ ਟੰਗ ਲੈਂਦੇ ਹਾਂ ਜਾਂ ਪਿੱਛੇ ਕੋਈ ਰਿਮੋਰਕੀ ਪਾ ਲੈਂਦੇ ਹਾਂ, ਫਿਰ ਅਸੀਂ ਇਹ ਸਿਗਨਲ ਲਾਉਂਦੇ ਹਾਂ ਜਿਹੜਾ ਲਾਲ ਰੰਗ ਦਾ ਤਿਰਛੀਆਂ ਲੈਣਾ ਜਿਹੀਆਂ ਬਣੀਆਂ ਨੇ ਆਲਤਰੀ ਪੈਰੀਕੋਲੇ ਦੇ ਥੱਲੇ ਤੀਰ ਦੇ ਉੱਤੇ ਜਿਹੜਾ ਬਣਿਆ 25 ਨੰਬਰ ਦੇ ਨਾਲ ਜਿਹੜੀ ਤਸਵੀਰ ਬਣੀ, 26 ਨੰਬਰ ਦੇ ਨਾਲ ਜਿਹੜੀ ਤਸਵੀਰ ਬਣੀ ਹੈ, ਇਹ ਪੈਨਲ ਸਪੋਰਜਨਸ, ਯਾਨੀ ਕਿ ਜਦੋਂ ਅਸੀਂ ਚੀਜ਼ ਵਧੀ ਹੁੰਦੀ ਹੈ ਉਹ ਤੋਂ ਫਿਰ ਅਸੀਂ ਪੈਨਲ ਲਾਉਂਦੇ, ਚਾਹੇ 1 ਇੰਚੀ ਵਧਾ ਲਈਏ, 2 ਇੰਚੀ। ਟਰਾਲੀ ਦੇ ਵਿੱਚ ਅਸੀਂ ਸਰੀਏ ਵਧਾਏ ਨੇ ਅਤੇ ਅਸੀਂ ਪਿੱਛੇ ਫਿਰ ਸਪੋਰਜਨਜ਼ਾ ਲਾਉਣਾ, ਯਾਨੀ ਕਿ ਅਸੀਂ ਮਟੀਰੀਅਲ ਵਧਾਏ ਆ ਪਿੱਛੇ ਨੂੰ ਬਾਹਰ ਨੂੰ, ਤਾਂ ਕਿ ਜਿਹੜਾ ਅਗਲੀ ਗੱਡੀ ਵਾਲਾ ਜਾ ਰਿਹਾ ਉਹਨੇ ਪਿੱਛੇ ਸਪੋਰਜਨਜ਼ਾ ਲਾਉਣਾ। ਉਹਨੇ ਸਪੋਰਜਨਜ਼ਾ ਲਾਇਆ ਅਤੇ ਪਿਛਲੇ ਨੂੰ ਪਤਾ ਕਿ ਇਹਨੇ ਚੀਜ਼ ਵਧਾਈ ਹੈ ਪਿੱਛੇ ਨੂੰ ਨਾ, ਇਹਨੇ ਇਹਦਾ ਸਮਾਨ ਪਿੱਛੇ ਗੱਡੀ 'ਚ ਬਾਹਰ ਵਧਿਆ, ਇਸ ਕਰਕੇ ਇਹਨੇ ਲਾਇਆ। ਉਸ ਤੋਂ ਬਾਅਦ ਨੋਰਮੇ ਦੀ ਚਿਰਕੁਲਾਸੀਓਨ ਨੇ, ਉਹ ਕਿਹੜੇ ਕਾਨੂੰਨ ਨੇ ਜਿਨ੍ਹਾਂ ਨੂੰ ਅਸੀਂ ਫਾਲੋ ਕਰਕੇ ਅਸੀਂ ਆਮਦਰਫਤ ਕਰਨੀ ਹੈ। ਉਜ਼ੋ ਦੇਲੀ ਲੂਚੀ ਸਪੀਏ ਸਿੰਬੋਲੀ, ਲਾਈਟਾਂ ਦਾ ਇਸਤੇਮਾਲ ਕਿਸ ਤਰੀਕੇ ਨਾਲ ਹੁੰਦਾ। ਸਪੀਏ ਕੀ ਹੁੰਦੇ ਨੇ, ਸਿੰਬੋਲੀ ਕੀ ਹੁੰਦੇ ਨੇ। ਸਪੀਏ ਸਪੀਏ ਛੋਟੀਆਂ ਬੱਤੀਆਂ ਹੁੰਦੀਆਂ ਜਿਹੜੀਆਂ ਗੱਡੀ ਦੇ ਅੰਦਰ ਲੱਗੀਆਂ ਹੁੰਦੀਆਂ ਨੇ। ਸਿੰਬਲ ਯਾਨੀ ਕਿ ਉਹ ਹੀ ਨਿਸ਼ਾਨੀਆਂ ਹੁੰਦੀਆਂ ਨੇ। ਉਜ਼ੋ ਦੇਲੀ ਸਪੇਕੀ ਰੈਟਰੋਵਿਰਜ਼ੀ, ਬੈਕ ਸ਼ੀਸ਼ੇ ਸੱਜੇ ਖੱਬੇ ਵਾਲੇ ਸ਼ੀਸ਼ੇ, ਉਹਨਾਂ ਨੂੰ ਅਸੀਂ ਕਿਵੇਂ ਇਸਤੇਮਾਲ ਕਰਨਾ। ਚਿੰਤੂਰਾ ਦੀ ਸਿਕੁਰੇਜ਼ਾ, ਹਿਫਾਜ਼ਤੀ ਬੈਲਟ ਅਸੀਂ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ, ਸਾਡੇ 'ਤੇ ਕਿੰਨਾ ਲਾਜ਼ਮ ਹੈ, ਕਿੰਨਾ ਵਾਸਤੇ ਨਹੀਂ ਲਾਜ਼ਮ। ਉਹ ਜਿਹੜੀਆਂ ਔਰਤਾਂ ਜਿਹੜੀਆਂ ਪ੍ਰੈਗਨੈਂਟ ਹੁੰਦੀਆਂ ਨੇ, ਠੀਕ ਹੈ, ਉਹਨਾਂ ਵਾਸਤੇ ਲਾਜ਼ਮ ਨਹੀਂ, ਉਹਨਾਂ ਵਾਸਤੇ ਨਹੀਂ ਲਾਜ਼ਮ। ਉਸ ਤੋਂ ਬਾਅਦ ਕਈਆਂ ਮਰੀਜ਼ਾਂ ਨੂੰ ਇਹ ਇਜਾਜ਼ਤ ਦਿੰਦੇ ਤੁਸੀਂ ਬਗੈਰ ਸੀਟ ਬੈਲਟ ਤੋਂ ਗੱਡੀ ਚਲਾ ਸਕਦੇ ਹੋ, ਲੇਕਿਨ ਨਾਰਮਲ ਹਾਲਤ ਦੇ ਸਾਡੇ 'ਤੇ ਓਬਲੀਗਾਟੋਰੀ ਸਾਡੇ 'ਤੇ ਲਾਜ਼ਮ ਹੈ। ਫਿਰ ਜਿਸ ਵਕਤ ਅਸੀਂ ਇਟਲੀ ਦੀ ਰਿਆਸਤ 'ਚ ਯੂਰਪੀਅਨ ਯੂਨੀਅਨ ਦੇ ਅਸੀਂ ਕਿਸੇ ਦੂਸਰੇ ਮੁਲਕ 'ਚ ਵੜਦੇ ਹਾਂ, ਫਿਰ ਸਾਨੂੰ ਕਿਹੜਾ ਸਿਗਨਲ ਮਿਲਦਾ, ਠੀਕ ਹੈ, ਉਹ ਅਸੀਂ ਪੜ੍ਹਾਂਗੇ। ਫਿਰ ਓਬਲੀਗੋ ਵੇਰਸੋ ਫਿੰਜ਼ੀਓਨੇ ਦੀ, ਅੱਛਾ ਅੱਗੋਂ ਫਿਰ ਇੰਸੀਡੈਂਟ ਤਾਂ ਦੱਸਦਾ ਹੈ 32 ਨੰਬਰ ਵਿੱਚ ਸਾਡਾ ਕੀ ਕੰਪੋਰਟਾਮੈਂਟ ਹੋਣਾ ਚਾਹੀਦਾ, ਸਾਡਾ ਰਵੱਈਆ ਕੀ ਹੋਣਾ ਚਾਹੀਦਾ। ਫਿਰ ਆਉਂਦਾ ਕਾਊਜ਼ਾ ਦੇਲੀ ਇੰਸੀਡੈਂਟੀ, ਕਿਹੜੀਆਂ ਵਜ੍ਹਾ ਹੁੰਦੀਆਂ ਨੇ ਜਿਨ੍ਹਾਂ ਦੀ ਵਜ੍ਹਾ ਤੋਂ ਐਕਸੀਡੈਂਟ ਹੁੰਦਾ ਹੈ, ਠੀਕ ਹੈ। ਫਿਰ ਅੱਗੇ ਆ ਗਿਆ ਗੁਇਦਾ ਇਨ ਰਿਲੇਸੀਓਨੇ ਕੁਆਲਿਟà e condizioni fisiche, ਜਿਸ ਵਕਤ
ਸਾਡਾ ਐਕਸੀਡੈਂਟ ਵਗੈਰਾ ਹੁੰਦਾ ਹੈ, ਠੀਕ ਹੈ, ਜਾਂ ਅੱਛਾ ਜੀ, ਇਹ ਹੁਣ ਸਾਨੂੰ ਦੱਸਦਾ ਕਿ ਐਕਸੀਡੈਂਟ ਹੋਈਏ 100 ਵਾਧੀ ਘਾਟੀ ਹੋਏ ਜਦੋਂ ਬੰਦਾ ਥੱਕ ਜੇ, ਠੀਕ ਹੈ, ਜਾਂ ਗੱਡੀ ਹੀਟ ਅਪ ਹੋਈਏ 100 ਵਾਧਾ ਘਾਟਾ ਹੋਈਏ ਦੌਰਾਨੇ ਡਰਾਈਵਿੰਗ, ਠੀਕ ਹੈ, ਬੰਦੇ ਨੇ ਸ਼ਰਾਬ ਪੀਤੀ ਹੋਵੇ, ਅਲਕੋਹਲ ਕੀ ਡਰੱਗ ਕੀਤੀ ਹੋਵੇ, ਚਰਸ ਵਾਲਾ ਸਿਗਰਟ ਲਾਏ ਹੋਵੇ, ਜਾਂ ਸੋ ਇਸ ਚੀਜ਼ ਐਂ ਦਾ ਕੋਈ ਕੰਪੋਰਟਮੈਂਟ ਬੰਦਾ ਕਰਦਾ ਹੈ, ਅਤੇ ਉਹਨਾਂ ਵਾਸਤੇ ਕੀ ਕਰਨਾ, ਉਹਨਾਂ ਗੱਡੀ ਚਲਾ ਸਕਦੇ ਨੇ ਨਹੀਂ ਚਲਾ ਸਕਦੇ। ਇਹ ਜਿਹੜੀ ਪੀਤੀ ਹੁੰਦੀ ਹੈ ਕਿੰਨੀ ਦੇਰ ਬਾਅਦ ਲੱਥ ਜਾਂਦੀ ਹੈ, ਕਿੰਨੀ ਦੇਰ ਤੱਕ ਉਹਦਾ ਅਸਰ ਹੁੰਦਾ ਹੈ, ਅਤੇ ਕਿੰਨੇ ਘੰਟੇ ਚਾਹੀਦੇ ਹੁੰਦੇ ਨੇ ਤੁਸੀਂ ਗੱਡੀ ਕਿੰਨੀ ਕੁ ਹੋਵੇ ਤੁਸੀਂ ਗੱਡੀ ਚਲਾ ਸਕਦੇ ਹੋ, ਕਿੰਨੀ ਕੁ ਨਾ ਹੋਵੇ, ਕਿੰਨੀ ਕੁ ਚੜ੍ਹੀ ਹੋਵੇ ਤੁਸੀਂ ਗੱਡੀ ਚਲਾ ਸਕਦੇ ਹੋ ਐਕਸੀਡੈਂਟ ਤੋਂ ਬਚਣ ਵਾਸਤੇ। ਇਹ ਮਨ੍ਹਾ ਨੇ ਸਾਰੀਆਂ ਚੀਜ਼ਾਂ ਕਰਨੀਆਂ, ਲੇਕਿਨ ਫਿਰ ਵੀ ਇਹਨਾਂ ਸਾਰਾ ਪੜ੍ਹਾਇਆ ਕਿ ਇਹ ਚੀਜ਼ਾਂ ਤੁਸੀਂ ਕਰ ਸਕਦੇ ਹੋ, ਠੀਕ ਹੈ। ਆਰਡਰ ਵੀ ਕਿ ਤੁਸੀਂ ਕਿੰਨੀ ਸਪੀਡ 'ਚ ਗੱਡੀ ਚਲਾ ਸਕਦੇ ਹੋ, ਸੌਰੀ ਹੈ। ਅੱਛਾ, ਪ੍ਰੀਮੋਸ ਕੋਰਸ ਯਾਨੀ ਕਿ ਫਸਟ ਏਡ। ਫਿਰ ਅੱਗੇ ਰਿਸਪੋਂਸਾਬਿਲਿਟà civile, penale, amministrative। 36 ਨੰਬਰ 'ਚ ਆਉਂਦਾ ਪਿਆ ਅਸੀਂ ਐਕਸੀਡੈਂਟ ਕਰ ਲੈਂਦੇ ਹਾਂ, ਲਾਜ਼ਮੀ ਨਹੀਂ ਅਸੀਂ ਅਗਲੇ ਕਿਸੇ ਗੱਡੀ 'ਚ ਵੱਜੀਏ ਜਾਂ ਅਗਲਾ ਸਾਡੀ ਗੱਡੀ 'ਚ ਵੱਜੇ। ਬਾਜ਼ ਔਕਾਤ ਇੰਝ ਵੀ ਹੁੰਦਾ ਕਿ ਅਸੀਂ ਕਿਸੇ ਦਰਖਤ 'ਤੇ ਜਾ ਠੋਕ ਛੱਡਦੇ ਹਾਂ, ਠੀਕ ਹੈ, ਸਾਨੂੰ ਨੀਂਦ ਆਈ ਹੁੰਦੀ ਹੈ, ਅਸੀਂ ਗਨੂਦਗੀ ਦੀ ਆਲਮ ਵਿੱਚ ਜਾਂ ਗਨੂਦਗੀ ਦੀ ਹਾਲਤ ਵਿੱਚ ਅਸੀਂ ਗੱਡੀ ਕਿਸੇ ਦਰਖਤ 'ਚ ਮਾਰ ਚੰਨੇ, ਰੋਡ ਤੋਂ ਥੱਲੇ ਲਾ ਛੱਡਦੇ ਕਿਸੇ ਪਹਾੜੀ। ਉਹਨਾਂ ਚੀਜ਼ਾਂ 'ਚ ਫਿਰ ਕੀ ਹੁੰਦਾ ਹੈ, ਸਾਡੇ 'ਤੇ ਕੀ ਜੁਰਮਾਨੇ ਹੁੰਦੇ ਨੇ, ਸਾਨੂੰ ਕਿੰਨੀਆਂ ਸਜ਼ਾਵਾਂ ਹੁੰਦੀਆਂ ਨੇ, ਸਾਡੀਆਂ ਕਿੰਨੀਆਂ ਪੌਂਤੀਆਂ ਕਟੀਂਦੀਆਂ ਨੇ, ਠੀਕ ਹੈ। ਰਿਸਪੋਂਸਾਬਿਲਿਟà ਜ਼ਿੰਮੇਦਾਰੀ ਸਾਡੇ 'ਤੇ ਪੈਂਦੀ। ਚਿਵੀਲ ਹੈ ਜਦੋਂ ਅਸੀਂ ਸਿਵਲ ਦੀ ਨਾਫਰਮਾਨੀ ਕਰਨੇ ਹਾਂ। ਪੈਨਾਲ ਜਦੋਂ ਸਾਡੇ 'ਤੇ ਪੈਨਾਲ ਪੈ ਜਾਂਦੇ, ਸਾਡੇ ਜੁਰਮ ਆਇਦ ਹੋ ਜਾਂਦਾ, ਠੀਕ ਹੈ। ਜੋ ਅਮਿਨਿਸਟ੍ਰੇਟਿਵ ਯਾਨੀ ਕਿ ਜਦੋਂ ਅਸੀਂ ਇਹਨਾਂ ਦੇ ਚਿਵੀਲ ਪੈਂਦੀ ਜਦੋਂ ਅਸੀਂ ਸਿਵਲ ਨਾਫਰਮਾਨੀ ਕਰਦੇ ਹਾਂ, ਸੌਰੀ, ਜਿਸ ਵਕਤ ਅਸੀਂ ਇਹਨਾਂ ਨੇ ਸਾਨੂੰ ਕਿਹਾ ਕਿ ਇੰਝ ਨਹੀਂ ਕਰਨਾ, ਸਾਨੂੰ ਜਿਹੜੇ ਨਾ ਕਾਨੂੰਨ ਬਣਾਏ ਨੇ ਉਹਨਾਂ ਦੇ ਅਸੀਂ ਖਿਲਾਫ ਵਰਜ਼ੀ ਕਰਨੇ ਹਾਂ, ਫਿਰ ਸਾਡੇ 'ਤੇ ਪੈਂਦੀ ਚਿਵੀਲ, ਠੀਕ ਹੈ। ਫਿਰ ਅਗਰ ਅਸੀਂ ਕਿਸੇ ਦੂਸਰੇ ਗੱਡੀ ਵਾਲੇ ਦੇ ਵਿੱਚ ਅਸੀਂ ਗੱਡੀ ਮਾਰ ਕੇ ਦੂਜੇ ਦੀ ਅਸੀਂ ਗੱਡੀ ਭੰਨ ਦਿੰਦੇ ਹਾਂ, ਫਿਰ ਸਾਡੇ 'ਤੇ ਪੈਂਦੀ ਅਮਿਨਿਸਟ੍ਰੇਟਿਵ, ਠੀਕ ਹੈ। ਫਿਰ ਪੈਨਾਲ ਸਾਡੇ 'ਤੇ ਉਦੋਂ ਪੈਂਦੀ ਜਦੋਂ ਅਸੀਂ ਅਗਲੇ ਦੀ ਗੱਡੀ ਭੰਨਦੇ ਹਾਂ ਅਤੇ ਅਗਲੇ ਨੂੰ ਤਕਰੀਬਨ ਅਸੀਂ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਅਗਰ ਅਸੀਂ ਕੋਸ਼ਿਸ਼ ਕਰਦੇ ਹਾਂ ਜਾਂ ਸਾਡੇ 'ਤੇ ਅਗਲਾ ਸਾਬਤ ਕਰ ਸਕਦਾ ਕਿ ਇਹਨੇ ਮੈਨੂੰ ਕਤਲ ਕਰਨ ਦਾ ਇਰਾਦਾ ਕੀਤਾ, ਇਰਾਦਾ ਕਤਲ ਵੀ ਪੈ ਜਾਂਦਾ ਪੈਨਾਲ ਦੇ ਵਿੱਚ। ਪੈਨਾਲ ਉਦੋਂ ਪੈਂਦੀ ਹੁੰਦੀ ਹੈ ਜਿਸ ਵਕਤ ਅਸੀਂ ਐਕਸੀਡੈਂਟ ਕਰਨੇ ਹਾਂ ਅਤੇ ਅਗਲੇ ਨੂੰ ਡਾਢੀਆਂ ਸੱਟਾਂ ਲੱਗਦੀਆਂ ਨੇ, ਅਗਲਾ ਜਾਂ ਮਰ ਜਾਂਦਾ ਜਾਂ ਮਰਨ ਦੀ ਹਾਲਤ ਦੇ ਕਰੀਬ ਟੁਰ ਜਾਂਦਾ, ਉਸ ਵਕਤ ਸਾਡੇ 'ਤੇ ਪੈਂਦੀ ਹੈ ਪੈਨਾਲ। ਇਹ ਸਾਡੇ ਕੋਲ ਲਾਇਸੈਂਸ ਵੀ ਖੋਹ ਸਕਦੀ ਹੈ, ਸਾਡੇ 'ਤੇ ਜੁਰਮਾਨਾ ਵੀ ਕਰ ਸਕਦੀ ਹੈ ਪੈਨਾਲ, ਅਤੇ ਸਾਨੂੰ ਕੈਦ ਵੀ ਕਰ ਸਕਦੀ ਹੈ, ਠੀਕ ਹੈ। ਅਸਿਕੁਰਾzione ਯਾਨੀ ਕਿ ਇੰਸ਼ੋਰੈਂਸ, RGA altre forme assicurazione legate। ਗੱਡੀ ਦੀ ਇੰਸ਼ੋਰੈਂਸ ਕਿੰਨੀ ਦੇਰ ਦੀ ਹੁੰਦੀ ਹੈ, ਕਦੋਂ ਕਰਵਾਉਣੀ ਹੈ, ਕੀ ਹੁੰਦਾ ਹੈ। ਇੰਸ਼ੋਰੈਂਸ ਤੋਂ ਬਗੈਰ ਤੁਸੀਂ ਗੱਡੀ ਚਲਾ ਸਕਦੇ ਹੋ, ਨਹੀਂ ਚਲਾ ਸਕਦੇ, ਤੁਸੀਂ ਐਕਸੀਡੈਂਟ ਕਰ ਦਿੰਦੇ ਇੰਸ਼ੋਰੈਂਸ ਤੋਂ ਬਗੈਰ, ਠੀਕ ਹੈ। ਤੁਸੀਂ ਗੱਡੀ